ਦੋਸਤੋ ਅਸੀਂ ਅੱਜ ਸਰੀ ਦੇ ਵਿੱਚ ਗੱਲਬਾਤ ਕਰਨੀ ਹੈ ਸਰਦਾਰ ਮਨਪ੍ਰੀਤ ਸਿੰਘ ਗਿਆਲੀ ਹੁਣਾਂ ਦੇ ਨਾਲ। ਕੈਨੇਡਾ ਦੇ ਵਿੱਚ ਵਸਦੇ ਲੋਕ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਨੇੜਿਓਂ ਜੁੜੇ ਹੁੰਦੇ ਆ ਅਤੇ ਕਈ ਵਾਰੀ ਉਹ ਕੈਨੇਡਾ ਦੀ ਸਿਆਸਤ ਨਾਲੋਂ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਆ। ਅਸੀਂ ਕਿਉਂਕਿ ਯਾਲੀ ਸਾਹਿਬ ਇੱਥੇ ਆਏ ਆਪਣੀ ਨਿੱਜੀ ਫੇਰੀ ਲਈ, ਪਰ ਫਿਰ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਥੋੜ੍ਹਾ ਜਿਹਾ ਸਮਾਂ ਸਾਡੇ ਲਈ ਕੱਢਣ। ਜਾਣਨਾ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਪਿੱਛੇ ਕਾਰਨ ਕੀ ਸੀ, ਸ਼੍ਰੋਮਣੀ ਅਕਾਲੀ ਦਲ ਭਵਿੱਖ ਦੇ ਵਿੱਚ ਹੁਣ ਕਿਹੜੀ ਰਣਨੀਤੀ 'ਤੇ ਕੰਮ ਕਰ ਰਿਹਾ, ਜਾਂ ਪੰਜਾਬ ਦਾ ਭਵਿੱਖ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਵਿੱਚ ਕਿਸ ਤਰ੍ਹਾਂ ਦਾ ਆ, ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਇਹਨਾਂ ਦੀ ਸਾਂਝ ਸੀ ਉਹਦਾ ਭਵਿੱਖ ਕੀ ਹੋਊਗਾ। ਯਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਇੱਥੇ। ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਵੱਡਾ ਕਾਰਨ ਕੀ ਲੱਗਦਾ ਜੀ? ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ, ਸਾਡੇ ਵਿਸ਼ੇਸ਼ ਤੌਰ 'ਤੇ NRIs ਕੈਨੇਡਾ ਵਾਸਤੇ ਆ ਜਿਹੜੇ ਪੰਜਾਬੀ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਵਿਧਾਨ ਸਭਾ ਦੀਆਂ ਚੋਣਾਂ ਹੁਣੇ ਹੋ ਕੇ ਹਟੀਆਂ ਨੇ 2022 ਦੇ ਵਿੱਚ, ਉਹਦੇ ਨਤੀਜੇ ਬੜੇ ਹੈਰਾਨੀਜਨਕ ਨੇ, ਅਤੇ ਜਿਸ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾਈਆਂ, ਅਤੇ ਬਹੁਤ ਵੱਡਾ ਉਹਨਾਂ ਨੇ ਇਸ ਪਾਰਟੀ 'ਤੇ ਭਰੋਸਾ ਜਤਾਇਆ, ਅਤੇ ਬਹੁਤ ਵੱਡੀਆਂ ਆਸਾਂ ਨੇ ਲੋਕਾਂ ਨੂੰ ਇਸ ਪਾਰਟੀ ਤੋਂ ਕਿ ਸ਼ਾਇਦ ਇਹ ਸਾਡੇ ਲਈ ਕੁਝ ਵੱਖਰਾ ਕਰਨਗੇ, ਲੋਕਾਂ ਲਈ, ਪੰਜਾਬ ਲਈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ। ਉਸ ਟਾਈਮ ਦੇ ਵਿੱਚ ਬਹੁਤ ਸਾਰੇ ਜਿਹੜੇ ਡਿਵੈਲਪਮੈਂਟ ਦੇ ਕੰਮ ਪੰਜਾਬ ਦੇ ਵਿੱਚ ਹੋਏ, ਵੱਡੇ ਪ੍ਰੋਜੈਕਟ ਆਏ, ਚਾਹੇ ਬਿਜਲੀ ਦੀ ਜੋ ਥੋੜ੍ਹ ਸੀਗੀ ਉਹ ਪੂਰਾ ਕੀਤਾ ਗਿਆ, ਥਰਮਲ ਪਲਾਂਟ ਲੱਗੇ, ਸੜਕਾਂ ਬਣੀਆਂ, ਫਲਾਈਓਵਰ, ਪੁਲ ਤੋਂ ਲੈ ਕੇ ਪਿੰਡਾਂ ਸ਼ਹਿਰਾਂ ਦੀ ਡਿਵੈਲਪਮੈਂਟ ਹੋਈ। ਲੇਕਿਨ ਉਸ ਸਮੇਂ ਕੁਝ ਘਟਨਾਵਾਂ ਵੀ ਵਾਪਰੀਆਂ, ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਵਾਪਰੀ। ਸੋ ਇੱਦਾਂ ਦੇ ਕੁਝ ਮੁੱਦੇ ਸੀ ਵੀ ਜਿਸ ਕਰਕੇ ਲੋਕਾਂ ਦਾ ਜਿਹੜਾ ਪਾਰਟੀ 'ਤੇ ਰੋਸ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਮਾਂ ਪਾਰਟੀ ਆ, ਲੋਕਾਂ ਦੀਆਂ ਰਾਜਨੀਤਿਕ ਦੇ ਨਾਲ ਧਾਰਮਿਕ ਭਾਵਨਾਵਾਂ ਇਸ ਪਾਰਟੀ ਨਾਲ ਜੁੜੀਆਂ ਹੋਈਆਂ ਨੇ। ਬੜਾ ਗੌਰਵ ਇਤਿਹਾਸ ਇਸ ਪਾਰਟੀ ਦਾ। ਸੋ ਉਸ ਸਮੇਂ ਤੋਂ ਥੋੜ੍ਹਾ ਰੋਸ ਸੀ ਲੋਕਾਂ ਦੇ ਮਨਾਂ ਦੇ ਵਿੱਚ। ਉਹਦੇ ਨਾਲ ਹੀ ਜਿਹੜੀ ਸਾਡੀਆਂ ਵਿਰੋਧੀ ਪਾਰਟੀਆਂ, ਉਹਨਾਂ ਨੇ ਬੜਾ ਟਾਰਗੇਟ ਕੀਤਾ ਗਿਆ ਇਸ ਪਾਰਟੀ ਨੂੰ ਬਦਨਾਮ ਕਰਨ ਦੇ ਲਈ, ਲੋਕਾਂ ਦਾ ਧਿਆਨ ਡਿਵੈਲਪਮੈਂਟ ਤੋਂ ਡਿਵਰਟ ਕਰਨ ਦੇ ਲਈ। ਸੋ ਉਹਨਾਂ ਨੇ ਬੜੀਆਂ ਸਾਜ਼ਿਸ਼ਾਂ ਵੀ ਰਚੀਆਂ ਗਈਆਂ, ਅਤੇ ਇਸੇ ਲਈ ਪਹਿਲਾਂ 217 ਦੇ ਵਿੱਚ ਵੀ ਅਤੇ ਹੁਣ ਵੀ, ਕਿਉਂਕਿ 217 ਤੋਂ ਲੈ ਕੇ ਹੁਣ ਤੱਕ ਜਿਹੜੀ ਕਾਂਗਰਸ ਦੀ ਸਰਕਾਰ ਸੀ, ਉਹਨਾਂ ਦਾ ਵੀ ਸਾਰਾ ਫੋਕਸ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ 'ਤੇ ਰਿਹਾ। ਉਹਨਾਂ ਨੇ ਕੋਈ ਡਿਵੈਲਪਮੈਂਟ ਦਾ ਕੰਮ, ਕੋਈ ਵੱਡਾ ਪ੍ਰੋਜੈਕਟ ਤਾਂ ਲਿਆਂਦਾ ਨਹੀਂ, ਲੇਕਿਨ ਉਹ 5 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਹੀ ਕਰਦੇ ਰਹੇ। ਸੋ ਇਸੇ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ, ਇਹਨਾਂ ਦਾ ਇੱਕ ਨਾਅਰਾ ਸੀ ਕਿ ਇੱਕ ਮੌਕਾ ਆਪ ਨੂੰ, ਬਦਲਾਅ ਦੀ ਇੱਕ ਮਾਹੌਲ ਬਣਿਆ, ਅਤੇ ਲੋਕਾਂ ਨੇ ਦੇਖਿਆ ਵੀ ਲੰਬਾ ਸਮਾਂ ਹੋ ਗਿਆ ਜਿਹੜੀਆਂ ਰਵਾਇਤੀ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਨੇ, ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖ ਲਈਏ ਆਪਾਂ। ਸੋ ਇਸ ਤਰ੍ਹਾਂ ਦਾ ਮਾਹੌਲ ਸੀਗਾ, ਇਸੇ ਕਰਕੇ ਜਿਹੜੀ ਆਮ ਆਦਮੀ ਪਾਰਟੀ ਨੇ ਸਰਕਾਰ ਬਣੀ ਆ। ਯਾਲੀ ਸਾਹਿਬ ਹੁਣ ਲੋਕਾਂ ਦਾ ਤੁਹਾਨੂੰ ਕੀ ਲੱਗਦਾ ਵੀ ਕੀ ਉਹ ਆਪਣੀ ਕੈਂਪੇਨਿੰਗ ਇੰਨੀ ਜ਼ਿਆਦਾ ਕਰ ਗਿਆ ਸ਼੍ਰੋਮਣੀ ਅਕਾਲੀ ਦਲ ਜਾਂ ਈਵਨ ਕਾਂਗਰਸ ਦੇ ਖਿਲਾਫ ਵੀ, ਕਿ ਲੋਕਾਂ ਨੇ ਏਡੀ ਵੱਡੀ ਜਿੱਤ ਦੇ ਦਿੱਤੀ ਜਿਹਦੀ ਸ਼ਾਇਦ ਆਸ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਸੀ, ਨਾ ਕਾਂਗਰਸ ਨੂੰ ਸੀ, ਨਾ ਹੀ ਕਿਸੇ ਵੀ ਹੋਰ ਰਾਜਨੀਤਿਕ ਮਾਹਰ ਨੂੰ ਸੀਗੀ ਵੀ ਆਮ ਆਦਮੀ ਪਾਰਟੀ ਏਡੀ ਵੱਡੀ ਜਿੱਤ ਲੈ ਜੂਗੀ? ਕੀ ਸਿਰਫ ਤੇ ਸਿਰਫ ਡੀਫੇਮ ਕਰਨਾ ਹੀ ਕਾਰਨ ਸੀਗਾ? ਦੇਖੋ, ਗੱਲ ਜਦੋਂ ਆਪਾਂ ਕਰਦੇ ਹਾਂ ਨਾ ਬਦਲਾਅ ਦੀ, ਇੱਕ ਮੌਕੇ ਦੀ, ਕਿਉਂਕਿ ਲੋਕਾਂ ਦੀਆਂ ਬੜੀਆਂ ਸਮੱਸਿਆਵਾਂ ਨੇ, ਨਿੱਜੀ ਸਮੱਸਿਆਵਾਂ ਬਹੁਤ ਨੇ ਪੰਜਾਬ ਦੇ ਵਿੱਚ। ਖਾਸ ਤੌਰ 'ਤੇ ਬੇਰੁਜ਼ਗਾਰੀ ਜਿਹੜੀ ਬਹੁਤ ਵੱਡੀ ਸਮੱਸਿਆ ਇੱਕ ਨਾ, ਪੜ੍ਹੇ ਲਿਖੇ ਨੌਜਵਾਨ, ਉਹਦਾ ਕਾਰਨ ਇੱਕ ਆਬਾਦੀ ਵੀ ਆ, ਵੱਧਦੀ ਪਾਪੂਲੇਸ਼ਨ ਵੀ ਆ, ਭ੍ਰਿਸ਼ਟਾਚਾਰ ਵਰਗੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ, ਜਿਨ੍ਹਾਂ ਦਾ ਲੋਕ ਜਿਨ੍ਹਾਂ ਤੋਂ ਤੰਗ ਨੇ। ਠੀਕ ਆ, ਕੋਸ਼ਿਸ਼ ਹਰ ਸਰਕਾਰ ਕਰਦੀ ਆ, ਲੇਕਿਨ ਉਹਨਾਂ ਨੂੰ ਇਸ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਤਾਂ ਵੱਡੇ ਸੁਧਾਰ ਸ਼ਾਇਦ ਇਹ ਕਰ ਸਕਦੇ ਆ, ਸ਼ਾਇਦ ਸਾਡੀਆਂ ਨਿੱਜੀ ਸਮੱਸਿਆਵਾਂ ਨੇ, ਨਿੱਜੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ, ਉਹਨਾਂ ਨੂੰ ਦੂਰ ਕਰਨਗੇ। ਲੇਕਿਨ ਜੋ ਹਜੇ ਤੱਕ ਤਾਂ ਲੱਗਦਾ ਵੀ ਉਹ ਸਮੱਸਿਆਵਾਂ ਘਟਣ ਦੀ ਬਜਾਏ ਵੱਧ ਗਈਆਂ ਨੇ। ਸੋ ਇੱਦਾਂ ਦੇ ਕਾਰਨ ਸੀਗੇ, ਲੋਕਾਂ ਦਾ ਇੱਕ ਮਨ ਬਣ ਗਿਆ ਸੀਗਾ ਵੀ ਅਸੀਂ ਇੱਕ ਮੌਕਾ ਇਹਨਾਂ ਨੂੰ ਦੇਣਾ ਹੀ ਦੇਣਾ। ਸੋ ਇੱਦਾਂ ਦੇ ਇਹੀ ਕਾਰਨ ਆ ਮੇਨ, ਤਾਂ ਹੋਰ ਕੋਈ ਲੰਬਾ ਚੌੜਾ ਕਾਰਨ ਨਹੀਂ। ਭਵਿੱਖ ਦੇ ਵਿੱਚ ਕੀ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਿੱਦਾਂ ਦੇਖ ਰਿਹਾ ਅਗਲੇ ਸਮੇਂ ਦੇ ਵਿੱਚ? ਭਾਰਤੀ ਜਨਤਾ ਪਾਰਟੀ ਨਾਲ ਲੰਬਾ ਸਮਾਂ ਸਾਂਝ ਰਹੀ, ਉਹਨੂੰ ਬੜੀ ਇੱਕ ਪੋਜ਼ੀਟਿਵ ਸਾਂਝ ਵੱਲੋਂ ਦੇਖਿਆ ਗਿਆ, ਫਿਰ ਉਹ ਟੁੱਟ ਗਈ। ਭਵਿੱਖ ਕਿੱਦਾਂ ਦਾ ਦੇਖਦੇ ਹੋ ਜੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਬੜਾ ਗੌਰਵੀ ਇਤਿਹਾਸ ਆ, ਲੋਕ ਦਿਲੋਂ ਜੁੜੇ ਇਸ ਪਾਰਟੀ ਦੇ ਨਾਲ। ਅਤੇ ਜਿਹੜਾ ਆਉਣ ਵਾਲਾ ਸਮਾਂ, ਕਿਉਂਕਿ ਜਿਹੜੀ ਇੱਕ ਕਮੇਟੀ ਬਣਾਈ ਗਈ ਆ, ਸਬ ਕਮੇਟੀ ਬਣਾਈ ਗਈ ਆ, ਮੈਨੂੰ ਵੀ ਉਸ ਦੇ ਮੈਂਬਰ ਲਿਆ ਗਿਆ। ਉਹ ਕਮੇਟੀ ਆ ਜਿਹੜੀ ਤਕਰੀਬਨ ਹਰ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ, ਅਕਾਲੀ ਦਲ ਦੇ ਜਿਹੜਾ ਕੈਡਰ ਹੈਗਾ, ਵਰਕਰਾਂ ਨੂੰ ਮਿਲ ਕੇ ਵੀ ਕੀ ਕਮੀਆਂ ਰਹੀਆਂ ਨੇ ਪਿਛਲੇ ਟਾਈਮ ਦੇ ਵਿੱਚ ਲੀਡਰਸ਼ਿਪ ਦੇ ਵਿੱਚ, ਅਤੇ ਕਿਹੜੇ ਸਾਨੂੰ ਜਿਹੜੇ ਸੁਧਾਰ ਲਿਆਉਣ ਦੀ ਲੋੜ ਆ, ਕਿਹੜੇ ਵੱਡੇ ਫੈਸਲੇ ਲੈਣ ਦੀ ਲੋੜ ਆ, ਕਿਹੜੀਆਂ ਤਬਦੀਲੀਆਂ ਲਿਆਉਣ ਦੀ ਲੋੜ ਆ। ਇਹਦੇ 'ਤੇ ਸਾਰੀ ਜਿਹੜੀ ਕਮੇਟੀ ਕੰਮ ਕਰ ਰਹੀ ਹੈ, ਅਤੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਦੀ ਰਿਪੋਰਟ ਆ ਜਿਹੜੀ
ਉਹ ਆ ਸਕਦੀ ਆ। ਸੋ ਉਸ ਤੋਂ ਬਾਅਦ ਮੈਂ ਸਮਝਦਾ ਕਿ ਵੱਡੀ ਤਬਦੀਲੀਆਂ ਜਿਹੜੀਆਂ ਉਹ ਪਾਰਟੀ ਦੇ ਵਿੱਚ ਆ ਸਕਦੀਆਂ, ਜਿਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਫਿਰ ਮਜ਼ਬੂਤ ਹੋ ਸਕਦਾ। ਬਾਕੀ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਆਪਣੀ ਭਾਰਤੀ ਜਨਤਾ ਪਾਰਟੀ ਦੀ ਅਲਾਇੰਸ ਰਿਹਾ ਲੰਬਾ ਸਮਾਂ, ਇੱਕ ਬਹੁਤ ਵਧੀਆ ਗੱਠਜੋੜ ਸੀਗਾ। ਇਹ ਨਾਲ ਦੀ ਨਾਲ ਇੱਕ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਵੀ ਸੀਗਾ। ਤੇ ਲੇਕਿਨ ਜਿਹੜਾ ਜਦੋਂ ਕਿਸਾਨੀ ਜਿਹੜੇ ਆਰਡੀਨੈਂਸ ਸੀਗੇ, 3 ਆਰਡੀਨੈਂਸ ਜਿਹੜੇ ਬਾਅਦ 'ਚ ਇਹਨਾਂ ਨੇ ਕਾਨੂੰਨ ਬਣਾਏ ਨੇ, ਉਹ ਜਦੋਂ ਆਰਡੀਨੈਂਸ ਆਏ ਤਾਂ ਉਸ ਸਮੇਂ ਇਹ ਜਿਹੜਾ ਇਸ ਪਾਰਟੀ ਦੇ ਨਾਲ ਸਾਡਾ ਜਿਹੜਾ ਵਿਰੋਧ ਸ਼ੁਰੂ ਹੋਇਆ। ਸੋ ਇਸੇ ਕਰਕੇ ਜਿਹੜਾ ਅਲਾਇੰਸ ਵੀ ਟੁੱਟਿਆ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਨੇ ਉਹ ਵਾਪਸ ਲੈ ਲੈਣੇ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਫੈਸਲੇ ਲੈਣੇ ਚਾਹੀਦੇ ਆ, ਜੇ ਦੁਬਾਰਾ ਗੱਠਜੋੜ ਦੀ ਗੱਲ ਹੁੰਦੀ ਆ ਤਾਂ ਪਹਿਲਾਂ ਜਿਹੜੀ ਸਾਡਾ ਜਿਹੜਾ ਕੈਡਰ ਹੈਗਾ, ਸਾਡੀ ਸਮੁੱਚੀ ਸਿੱਖ ਸੰਗਤ ਹੈਗੀ ਆ, ਪੰਜਾਬੀ ਹੈਗੇ ਨੇ, ਸੋ ਉਹਨਾਂ ਨੂੰ ਭਰੋਸੇ 'ਚ ਲੈ ਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਗੱਠਜੋੜ ਕਰਨੇ ਆ ਪਾਰਟੀ ਨੂੰ ਕਰਨੇ ਚਾਹੀਦੇ ਨੇ। ਡਾਕਟਰ ਸਾਹਿਬ, ਆਖਰੀ ਸਵਾਲ, ਜਦੋਂ ਵੀ ਇੱਥੇ ਸਾਡੇ ਤੱਕ ਕੋਈ ਸੂਚਨਾ ਪਹੁੰਚਦੀ ਹੈ, ਉਹ ਸੈਕੰਡ ਹੈਂਡ ਇਨਫੋਰਮੇਸ਼ਨ ਕਈ ਵਾਰੀ ਹੁੰਦੀ ਆ, ਜਾਂ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਉਹ ਪਤਾ ਨਹੀਂ ਲੱਗਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ 2017 ਦੇ ਵਿੱਚ, ਬੜੀ ਇੱਕ ਰੌਲਾ ਪਿਆ ਸੀ ਕਿ ਨਸ਼ੇ ਬਹੁਤ ਆ ਜਾਂ ਨਸ਼ਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ। ਇਹੀ ਕੁਝ ਫਿਰ ਕਾਂਗਰਸ ਵੇਲੇ ਹੁੰਦਾ ਰਿਹਾ। ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬਹੁਤ ਸਾਰੇ ਸੁਧਾਰ ਅਸੀਂ ਕਰ ਦੇਣੇ ਆ। ਅਸਲੀਅਤ ਕੀ ਆ ਪਤਾ ਨਹੀਂ ਲੱਗ ਰਿਹਾ। ਤੁਹਾਨੂੰ ਕੀ ਲੱਗਦਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਪੋਜ਼ਿਟਿਵ ਪਾਸੇ ਨੂੰ ਗੱਲਾਂ ਬਾਤਾਂ ਗਈਆਂ ਜਾਂ ਹੋਰ ਵਰਸਟ ਹੋਈਆਂ? ਦੇਖੋ, ਜਿਹੜੀ ਨਸ਼ੇ ਦੀ ਸਮੱਸਿਆ ਉਹ ਇਕੱਲੇ ਪੰਜਾਬ ਦੇ ਵਿੱਚ ਨਹੀਂ, ਦੂਜੇ ਸੂਬਿਆਂ ਦੇ ਵਿੱਚ ਵੀ ਆ ਤੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਆ ਨਾ। ਇਹ ਅੱਜ ਵਰਲਡ ਵਾਈਡ ਸਮੱਸਿਆ ਹੈਗੀ ਆ। ਤੇ ਲੇਕਿਨ ਪੰਜਾਬ ਦੇ ਵਿੱਚ ਉਸ ਸਮੇਂ, ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀਗੀ, ਰਿਪੀਟ ਹੋਈ 2 ਵਾਰ, ਤੇ ਉਦੋਂ ਇਹ ਫਿਰ ਅਕਾਲੀ ਦਲ ਨੂੰ ਬੜਾ ਉਦੋਂ ਬਦਨਾਮ ਕੀਤਾ ਗਿਆ। ਇਸ ਮੁੱਦੇ ਨੂੰ ਲੈ ਕੇ ਬਹੁਤ ਭੰਡੀ ਪ੍ਰਚਾਰ ਕੀਤਾ ਗਿਆ ਕਿ ਇਹਦੇ ਵਿੱਚ ਅਕਾਲੀ ਦਲ ਦਾ ਯੋਗਦਾਨ ਹੈ ਜੀ। ਅਸੀਂ ਤਾਂ ਜਦੋਂ ਸਰਕਾਰ ਬਦਲੀ ਉਦੋਂ ਵੀ ਕਿਹਾ ਸੀ ਵੀ ਤੁਸੀਂ ਜੋ ਵੀ ਹੈ ਹੁਣ ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ, ਤੇ ਜਿਹੜਾ ਵੀ ਕੋਈ ਕਿਸੇ ਵੀ ਪਾਰਟੀ ਦਾ ਕੋਈ ਆਗੂ ਇਹਦੇ ਵਿੱਚ ਇਨਵੋਲਵ ਹੈਗਾ ਤੇ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕਿਉਂਕਿ ਜੇ ਕੋਈ ਵੀ ਪੋਲੀਟੀਕਲ ਆਗੂ ਇਸ ਕੰਮ 'ਚ ਇਨਵੋਲਵ ਆ ਤਾਂ ਮੈਂ ਸਮਝਦਾ ਕਿ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ। ਸੋ ਇਹਦੇ 'ਤੇ ਰਾਜਨੀਤੀ ਜ਼ਿਆਦਾ ਹੋਈ ਆ, ਕੰਮ ਘੱਟ ਹੋਇਆ ਵਾ। ਜੋ ਸਮੇਂ ਜਦੋਂ ਮੈਂ MLA ਸੀ ਪਹਿਲੀ ਵਾਰ ਬਣਿਆ, ਉਦੋਂ ਬੜਾ ਰੌਲਾ ਸੀ ਤੇ ਅਸੀਂ ਆਪਣੇ ਏਰੀਆ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਂਦਾ ਸਪੋਰਟਸ ਪਾਰਕ ਦਾ। ਖੇਡ ਪਾਰਕ ਬਣੇ ਨੇ 70 ਪਿੰਡਾਂ ਦੇ ਵਿੱਚ, ਕਿਉਂਕਿ ਉਹਦੇ ਲਈ ਉਪਰਾਲਾ ਕੋਈ ਨਹੀਂ ਕੀਤਾ। ਇੱਕ ਦੂਜੇ ਨੂੰ ਬਦਨਾਮ ਕਰੀ ਗਏ ਜੀ, ਇਹ ਜ਼ਿੰਮੇਵਾਰ ਆ, ਉਹ ਜ਼ਿੰਮੇਵਾਰ ਆ, ਕੀਤਾ ਕਿਸੇ ਨੇ ਕੁਛ ਨਹੀਂ। ਠੀਕ ਆ, ਉਦੋਂ ਜਿਹੜੀ ਸਮੱਸਿਆ ਸੀਗੀ, ਜਦੋਂ ਇੱਕ ਸਰਵੇ ਹੋਇਆ ਸੀਗਾ ਉਹਦੇ ਵਿੱਚ 1% ਲੋਕ ਆਏ ਸੀ ਵੀ ਨਸ਼ਾ ਕਰਦੇ ਆ ਪੰਜਾਬ ਦੇ, ਲੇਕਿਨ ਉਹਦੇ ਵਿੱਚੋਂ ਆਏ ਸੀ 1 ਚੋਂ 70% ਯੂਥ ਆ। ਓਬਵੀਅਸਲੀ ਇਹ ਵੀ ਜਿਹੜਾ ਨਸ਼ਾ ਕਰੂ 20 ਸਾਲ ਤੋਂ ਲੈ ਕੇ 45 ਸਾਲ ਤੱਕ ਬਿਨਾਂ ਬੱਚੇ ਨੇ ਕਰਨਾ, ਬਜ਼ੁਰਗ ਦੀ ਵੈਸੇ ਹੀ ਜੇ ਨਸ਼ਾ ਕਰਨ ਵਾਲੇ ਦੀ ਮੌਤ ਹੋ ਜਾਂਦੀ ਆ, ਲੇਕਿਨ ਉਹ 'ਚ 70% ਪੰਜਾਬ ਨਸ਼ੇ ਬਣਾ ਦਿੱਤਾ ਗਿਆ। 50% ਤਾਂ ਔਰਤਾਂ ਹੀ ਆ ਜਾਂਦੀਆਂ ਨੇ, ਤੇ ਲੇਕਿਨ ਉਹ ਬਦਨਾਮ ਬਹੁਤ ਕੀਤਾ ਗਿਆ ਉਦੋਂ ਪੰਜਾਬ ਨੂੰ। ਸਮੱਸਿਆ ਬਹੁਤ ਵੱਡੀ ਆ। ਸੋ ਹਰ ਸਰਕਾਰ ਨੂੰ ਇਹ 'ਤੇ ਗੰਭੀਰ ਹੋਣ ਦੀ ਲੋੜ ਆ, ਇਸ ਪਾਸੇ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਆ। ਸਾਡੀ ਨੌਜਵਾਨੀ ਉਹਨੂੰ ਬਚਾਉਣ ਦੀ ਜਿਹੜੀ ਲੋੜ ਹੈਗੀ ਆ। ਮੈਂ ਗੱਲ ਕਰ ਰਿਹਾ ਸੀ ਵੀ 70 ਖੇਡ ਪਾਰਕ ਬਣੇ, ਉਹਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ, ਇੱਕ ਪਲੇਟਫਾਰਮ ਦਿੱਤਾ ਗਿਆ ਜਿਹਦੇ ਵਿੱਚ ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਤੋਂ ਲੈ ਕੇ ਸਾਰੇ ਗਰਾਊਂਡ ਬਣੇ। ਤੇ ਉਹਦੇ ਨਾਲ ਹੀ ਉਹਦੇ ਅੰਦਰ ਜਿਹੜੇ ਇੱਕ ਬੱਚੇ ਤੋਂ ਲੈ ਕੇ ਔਰਤਾਂ, ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਨੂੰ, ਹਰ ਵਰਗ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਦੇ ਲਈ ਇਹ ਪ੍ਰੋਜੈਕਟ ਬਣੇ। ਵੀ ਉੱਥੇ ਬੱਚਿਆਂ ਲਈ ਝੂਲੇ ਲੱਗੇ ਹੋਏ ਨੇ, ਓਪਨ ਜਿਮ ਲੱਗੇ ਹੋਏ ਨੇ, ਸੈਰ ਕਰਨ ਲਈ ਫੁੱਟਪਾਥ ਬਣੇ ਹੋਏ ਨੇ, ਤਾਂ ਜੋ ਹਰ ਬੰਦਾ ਉੱਥੇ ਆਵੇ ਤੇ ਇੱਕ ਤਾਂ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਧੇ ਤੇ ਉੱਥੇ ਆ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ ਸਾਰੇ। ਸੋ ਇੱਕ ਬਹੁਤ ਵਧੀਆ ਉਪਰਾਲਾ ਸੀਗਾ। ਦੂਜੀਆਂ ਸਰਕਾਰਾਂ ਬਦਲੀਆਂ, ਕੋਸ਼ਿਸ਼ ਵੀ ਹੋਈ, ਲੇਕਿਨ ਉਹਦੇ ਵਿੱਚ ਕੋਈ ਕਾਮਯਾਬ ਨਹੀਂ ਹੋ ਸਕੇ ਜ਼ਿਆਦਾ। ਤੇ ਲੇਕਿਨ ਇਸ ਇਲਾਕੇ ਜਿੱਥੇ ਬਣੇ ਆ ਉਹਦੇ ਬਹੁਤ ਪੋਜ਼ਿਟਿਵ ਰਿਜ਼ਲਟ ਨੇ, ਬਹੁਤ ਚੰਗੇ ਪਲੇਅਰ ਪੈਦਾ ਹੋਏ ਨੇ। ਅੱਜ ਇੰਡੀਆ ਦੀ ਟੀਮ ਤੱਕ ਪਲੇਅਰ ਪਹੁੰਚੇ ਨੇ ਸਾਡੇ ਹਲਕੇ ਤੋਂ। ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਾਡੇ ਹਲਕੇ ਦੇ ਪਲੇਅਰਾਂ ਨੇ ਬੜੇ ਮੱਲਾਂ ਮਾਰੀਆਂ, 골ਡ ਮੈਡਲ ਵੀ ਲਏ ਨੇ, ਸ਼ੂਟਿੰਗ ਦੇ ਵਿੱਚ ਵੀ ਲਏ ਨੇ, ਹਾਕੀ ਦੇ ਵਿੱਚ ਵੀ, ਹੋਰ ਸਾਰੀਆਂ ਗੇਮਾਂ ਦੇ ਵਿੱਚ ਜਿਹੜੇ ਅਸੀਂ ਚੰਗੇ ਇਹ 'ਚ ਕਾਮਯਾਬ ਹੋਏ ਹਾਂ। ਇਹੀ ਵਜ੍ਹਾ ਇੱਕ ਕਿ ਇਹ ਇੱਕ ਇੱਦਾਂ ਦਾ ਪਲੇਟਫਾਰਮ ਤਿਆਰ ਹੋਇਆ ਜਿਹਦੇ ਕਰਕੇ ਤੀਜੀ ਵਾਰ ਮੈਨੂੰ MLA ਬਣਨ ਦਾ ਮੌਕਾ ਮਿਲਿਆ। ਠੀਕ ਆ, ਹੋਰ ਵੀ ਬਹੁਤ ਕਾਰਨ ਨੇ, ਲੇਕਿਨ ਇੱਕ ਬਹੁਤ ਵੱਡਾ ਕਾਰਨ ਆ ਕਿ ਬਾਈ ਇਲੈਕਸ਼ਨ ਦੀ ਇੱਕ ਜਿੱਤ ਤੇ ਇਸ ਇਲੈਕਸ਼ਨ ਦੀ ਜਿਹੜੀ ਜਿੱਤ ਆ, ਕੁਛ ਜਦੋਂ ਅਸੀਂ ਵੱਖਰਾ ਕਰਦੇ ਹੋ ਤਾਂ ਉਹਦੇ ਰਿਜ਼ਲਟ ਵੀ ਵੱਖਰੇ ਹੁੰਦੇ ਨੇ। ਸੋ ਇਸ ਲਈ ਇਮਾਨਦਾਰੀ ਦੇ ਨਾਲ, ਤਨਦੇਹੀ ਨਾਲ ਉਸ ਇਲਾਕੇ 'ਚ ਕੰਮ ਕੀਤਾ। ਪਿਛਲੇ ਤਕਰੀਬਨ 17-18 ਸਾਲਾਂ ਤੋਂ ਮੈਂ ਇਸ ਇਲਾਕੇ 'ਚ ਪਹਿਲਾਂ ਹਲਕਾ ਰਿਜ਼ਰਵ ਸੀਗਾ ਤੇ ਉਦੋਂ ਤੋਂ ਕੰਮ ਕਰਦਾ ਆਇਆ ਤੇ ਲੋਕਾਂ ਨੇ ਬੜਾ ਮਾਣ ਦਿੱਤਾ ਹਮੇਸ਼ਾ ਹੀ ਇਸ ਇਲਾਕੇ ਦੇ ਵਿੱਚੋਂ। ਤੇ ਹੁਣ ਵੀ ਬਹੁਤ ਵੱਡਾ ਜਿਹੜਾ ਫਤਵਾ ਲੋਕਾਂ ਨੇ ਹੱਕ ਦੇ ਵੀ ਦਿੱਤਾ ਤੇ ਸਾਡੀ ਕੋਸ਼ਿਸ਼ ਆ ਵੱਡੀ ਗਿਣਤੀ ਸਾਡੇ NRI ਜਿਹੜੇ ਇੱਥੇ ਹਲਕੇ ਦੇ ਵੀ ਬਹੁਤ ਵੱਡੀ ਗਿਣਤੀ 'ਚ, ਪੰਜਾਬ ਤਾਂ ਚਲੋ ਸਾਰਾ ਹੀ ਅੱਜ ਦੂਜਾ ਪੰਜਾਬ ਆ ਇੱਥੇ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ, ਲੇਕਿਨ ਮੇਰੇ ਏਰੀਏ ਦੇ ਵੀ ਵੱਡੀ ਗਿਣਤੀ ਜਿਹੜੇ ਇਲਾਕਾ ਨਿਵਾਸੀ ਤੇ ਰਹਿ ਰਹੇ ਨੇ। ਸੋ ਉਹਨਾਂ ਦਾ ਅੱਜ ਵੀ ਪ੍ਰਭਾਵ ਆਪਣੇ ਪਿੰਡਾਂ ਦੇ ਵਿੱਚ
ਤੇ ਉਹਨਾਂ ਨੇ ਬੜਾ ਸਾਡਾ ਸਾਥ ਦਿੱਤਾ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੋ ਜੋ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ। ਤੇ ਕਿਸੇ ਵੀ NRI ਵੀਰ ਦੀ ਕੋਈ ਵੀ ਸਮੱਸਿਆ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡਾ ਸਾਥ ਤੁਹਾਡੇ ਨਾਲ ਖੜ੍ਹੇ ਹਾਂ। ਕਦੇ ਵੀ ਕਿਸੇ ਨੂੰ ਕੁਝ ਕਹਿਣ ਦਾ ਮੌਕਾ ਨਹੀਂ ਮਿਲੇਗਾ। ਬਹੁਤ ਬਹੁਤ ਮਿਹਰਬਾਨੀ ਅਯਾਲੀ ਸਾਹਿਬ, ਸ਼ੁਕਰੀਆ ਜੀ। ਥੈਂਕ ਦੋਸਤੋ, ਅਯਾਲੀ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਜਿਹੜੇ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ 3 MLA ਜਿੱਤਦੇ ਆ, ਅਯਾਲੀ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ। ਬਿਨਾਂ ਸ਼ੱਕ ਜਿਹੜੇ ਇਲਾਕੇ ਦੇ ਵਿੱਚ ਕੰਮ ਕੀਤੇ ਆ ਉਹਦੀ ਲੋਕ ਮਦਦ ਕਰਦੇ ਨੇ, ਸਪੋਰਟ ਕਰਦੇ ਨੇ। ਵੱਖ-ਵੱਖ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਪੰਜਾਬ ਤੋਂ ਇੱਥੇ ਆਉਂਦੇ ਆ। ਸਾਡੀ ਕੋਸ਼ਿਸ਼ ਹੁੰਦੀ ਆ ਕਿ ਸਿੱਧੀ ਉਹਨਾਂ ਦੀ ਤੁਹਾਡੇ ਨਾਲ ਗੱਲਬਾਤ ਕਰਵਾ ਸਕੀਏ, ਤੁਸੀਂ ਜਾਣ ਸਕੋਗੇ ਅਸਲ ਦੇ ਵਿੱਚ ਉੱਥੇ ਦੀ ਸਿਚੁਏਸ਼ਨ ਕੀ ਆ ਤੇ ਕਿਹੜੀ ਪਾਰਟੀ ਉਹਦੇ ਬਾਰੇ ਕਿਸ ਤਰੀਕੇ ਨਾਲ ਸੋਚਦੀ ਆ। ਕੈਮਰਾਮੈਨ ਨਵਦੀਪ ਸਿੰਘ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਦੋਸਤੋ, ਅੱਜ ਖਾਸ ਗੱਲਬਾਤ ਕਰਨ ਦੇ ਲਈ ਅਸੀਂ ਆਏ ਹਾਂ ਪਰਮਿੰਦਰ ਥਿੰਦ ਹੋਣਾ ਕੋਲ ਥਿੰਕ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਬਾਰੇ। ਮੌਰਗੇਜ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਚੀਜ਼ ਆ ਜਿਹਦੀਆਂ ਪੇਮੈਂਟ ਅਸੀਂ ਦਿੰਦੇ ਹਾਂ, ਅਤੇ ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਕਈ ਵਾਰੀ ਸਭ ਤੋਂ ਵੱਡੀ ਟ੍ਰਾਂਜੈਕਸ਼ਨ ਹੀ ਇਹ ਹੁੰਦੀ ਹੈ। ਮੌਰਗੇਜ ਇੰਸ਼ੋਰੈਂਸ ਕੀ ਆ, ਇਹਦੇ ਉੱਤੇ ਬੱਚਤ ਇਸ ਵੇਲੇ ਕਿੱਦਾਂ ਕੀਤੀ ਜਾ ਸਕਦੀ, ਉਹ ਵੇਲਾ ਜਦੋਂ ਇਸ ਵੇਲੇ ਇੰਟਰਸਟ ਰੇਟ ਬਹੁਤ ਹਾਈ ਨੇ ਅਤੇ ਅੱਗੇ ਹੋਰ ਵਧਣ ਦੀ ਜਿਹੜੀ ਆਸ ਆ, ਇਸ ਵੇਲੇ ਅਸੀਂ ਬੱਚਤ ਕਿੱਦਾਂ ਕਰ ਸਕਦੇ ਹਾਂ ਅਤੇ ਇਹਦੇ ਸੰਬੰਧੀ ਵਿਚਲੇ ਨੁਕਤੇ ਕੀ ਆ, ਉਹ ਆਪਾਂ ਥਿੰਦ ਸਾਹਿਬ ਕੋਲੋਂ ਪੁੱਛਦੇ ਹਾਂ। ਥਿੰਦ ਸਾਹਿਬ, ਮੌਰਗੇਜ ਇੰਸ਼ੋਰੈਂਸ ਆਮ ਤੌਰ ਦੇ ਉੱਤੇ ਲੋਕ ਜਿਹੜੇ ਆ ਲੈਂਡਰ ਕੋਲੋਂ ਲੈ ਲੈਂਦੇ, ਬੈਂਕ ਜਾਂ ਕ੍ਰੈਡਿਟ ਯੂਨੀਅਨ ਕੋਲੋਂ, ਉਹਦੇ ਕੀ ਫਾਇਦੇ ਨੁਕਸਾਨ ਹੁੰਦੇ ਆ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਸੋਤਾ ਸਾਹਿਬ, ਤੁਹਾਨੂੰ ਅਤੇ ਸਾਰੇ ਚੈਨਲ ਪੰਜਾਬੀ ਨੂੰ ਜਿੱਥੇ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਆਪਾਂ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਮੌਰਗੇਜ ਇੱਕ ਸਾਡੀ ਸਾਰਿਆਂ ਨਾਲੋਂ ਵੱਡਾ ਬਿੱਲ ਸਾਡੀ ਜ਼ਿੰਦਗੀ 'ਚ ਮੌਰਗੇਜ ਦਾ ਹੀ ਹੁੰਦਾ ਹੈ, ਅਤੇ ਉਹਨੂੰ ਅਸੀਂ ਕਈ ਵਾਰੀ ਜਦੋਂ ਸਾਡਾ ਚਾਅ ਵੀ ਹੁੰਦਾ ਜਦੋਂ ਘਰ ਲੈਂਦੇ ਹਾਂ, ਸਾਨੂੰ ਵੀ ਇਹ ਵੀ ਛੇਤੀ ਤੋਂ ਛੇਤੀ ਹੁੰਦਾ ਵੀ ਘਰ ਲਈਏ। ਜਦੇ ਫਿਰ ਆਪਾਂ ਨਾਲ ਦੀ ਨਾਲ ਹੀ ਉਦੋਂ ਤੱਕ ਅਸੀਂ ਸਾਰੇ ਸਾਈਨ ਕਰ ਦਿੰਦੇ ਹਾਂ। ਉੱਥੇ ਹੀ ਕਹਿੰਦੇ ਵੀ ਹੁਣੇ ਸਾਰਾ ਕੰਮ ਨਿਬੜ ਜਾਵੇ, ਅਸੀਂ ਘਰ ਲੈ ਰਿਹਾ ਕੋਈ, ਸਾਨੂੰ ਇਹ ਹੁੰਦਾ ਸਾਡੀ ਲਾਈਫ ਇੰਸ਼ੋਰੈਂਸ ਵੀ ਹੋ ਜਾਵੇ। ਫਿਰ ਨਾਲ ਅਸੀਂ ਲੈਂਡਰ ਤੋਂ ਅਸੀਂ ਮੌਰਗੇਜ ਪ੍ਰੋਟੈਕਸ਼ਨ ਆਪ ਹੀ ਲੈ ਲੈਂਦੇ ਹਾਂ। ਮੋਸਟਲੀ ਇਹ ਹੁੰਦਾ ਵੀ ਉੱਥੇ ਅਸੀਂ ਕਿਉਂਕਿ ਅਣਗਹਿਲੀ ਇਹ ਕਰ ਜਾਂਦੇ, ਅਸੀਂ ਹੋਮਵਰਕ ਕੀਤਾ ਨਹੀਂ ਹੁੰਦਾ, ਕਿਉਂਕਿ ਸਾਡਾ ਸੁਭਾਅ ਇਹ ਹੈ ਆਪਾਂ ਵੀ ਲਾਸਟ ਦਿਨ ਹੀ ਸਾਰਾ ਕੁਝ ਕਰਨਾ ਹੁੰਦਾ। ਉੱਦਣ ਸਾਨੂੰ ਇਹ ਹੁੰਦਾ ਵੀ ਚਾਬੀ ਮਿਲ ਗਈ, ਅੱਜ ਹੀ ਸਾਰਾ ਕੁਝ ਨਿਬੜ ਜਾਵੇ। ਇੱਕ ਤਾਂ ਪਹਿਲੀ ਗੱਲ ਤਾਂ ਜਦੋਂ ਆਪਾਂ ਲੈਂਡਰ ਤੋਂ ਇੰਸ਼ੋਰੈਂਸ ਲੈਂਦੇ, ਕ੍ਰੈਡਿਟ ਪ੍ਰੋਟੈਕਸ਼ਨ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਵਿਦਆਊਟ ਆਪਣੀ ਡਾਕਟਰੀ ਹੁੰਦੀ ਹੈ ਜੀ। ਹੁਣ ਇਹ ਵੀ ਨਾ ਤੁਹਾਡੀ ਸਿਹਤ ਦੇ ਢਿੱਲ ਮੱਠ ਜਿਹੜਾ ਸਾਰਿਆਂ ਨਾਲੋਂ ਵੱਡਾ, ਕਿਉਂਕਿ ਚਲੋ ਪ੍ਰਾਈਸ ਤਾਂ ਸਸਤੀ ਹੈਗੀ ਹੈ, ਤੁਸੀਂ ਹੁਣ ਉਹਨੂੰ ਪ੍ਰੋਟੈਕਟ ਕਿੱਦਾਂ ਕਰ ਸਕਦੇ ਹੋ? ਮੌਰਗੇਜ ਇੰਸ਼ੋਰੈਂਸ ਸਿੰਪਲ ਤੁਸੀਂ ਟਰਮ ਇੰਸ਼ੋਰੈਂਸ ਨਾਲ ਪ੍ਰੋਟੈਕਟ ਕਰ ਸਕਦੇ ਹੋ, ਲਾਈਫ ਇੰਸ਼ੋਰੈਂਸ ਕੰਪਨੀ ਤੋਂ ਲੈਂਦੇ ਹੋ। ਜੇ ਤੁਸੀਂ ਹੁਣ ਲੈਂਡਰ ਤੋਂ ਲਏ, ਜੇ ਇੱਕ ਐਗਜ਼ਾਮਪਲ ਅੱਜ ਲੈਂਡਰ ਤੋਂ ਅਸੀਂ 5 ਲੱਖ ਦੀ ਇੰਸ਼ੋਰੈਂਸ ਲਈ ਜਾਂ $1 ਮਿਲੀਅਨ ਦੀ ਆਪਾਂ ਮੌਰਗੇਜ ਲਈ, $1 ਮਿਲੀਅਨ ਦੇ ਨਾਲ ਅਸੀਂ ਜਿੱਦਾਂ $1 ਮਿਲੀਅਨ ਦਾ ਮੌਰਗੇਜ ਸਾਡੀ ਘਟੀ ਜਾਂਦੀ ਹੈ, ਸਾਡੀ ਉਮਰ ਵਧੀ ਜਾਂਦੀ, ਉਹਦੀ ਕਿਸ਼ਤ ਵਧੀ ਜਾਣੀ ਹੈ। ਪਹਿਲਾ ਨੁਕਸਾਨ ਤਾਂ ਇਹ ਹੈਗਾ ਜੀ। ਇੱਕ ਪਹਿਲੇ ਦਿਨ ਤੋਂ ਮਹਿੰਗੀ ਹੈ ਆਪਾਂ ਲੈਂਡਰ ਤੋਂ ਇੰਸ਼ੋਰੈਂਸ ਲਈ। ਹੁਣ ਦੂਜੀ ਹੈ, ਜਿੱਦਾਂ ਦਾ ਸਾਡੀ ਏਜ ਵਧੀ ਜਾਂਦੀ ਉਹਦਾ ਰੇਟ ਵਧੀ ਜਾਣਾ। ਦੂਜੇ ਪਾਸੇ ਤੁਹਾਡਾ ਜਿਹੜੀ ਉਹਦੀ ਕਵਰੇਜ ਉਹ ਘਟੀ ਜਾਣੀ ਹੈ, ਕਿਉਂਕਿ ਮੌਰਗੇਜ ਸਾਡੀ ਘਟੀ ਜਾਂਦੀ ਹੈ। ਹੁਣ ਇਹ ਵੀ ਐਗਜ਼ਾਮਪਲ, ਜੇ ਅੱਜ ਤੁਸੀਂ ਇੱਕ ਬੈਂਕ ਨਾਲੋਂ 4 ਸਾਲਾਂ ਬਾਅਦ ਰਿਨਿਊ ਆਈ, ਤੁਸੀਂ ਇੱਕ ਦੂਜੇ ਬੈਂਕ ਕੋਲ ਚਲੇ ਗਏ, ਏਜ ਫਿਰ ਚੇਂਜ ਹੋ ਗਈ, ਫਿਰ ਦੁਬਾਰਾ ਫਿਰ ਸਾਰਾ ਕੁਝ ਸ਼ੁਰੂ ਕਰੋਗੇ। ਜੇ ਇਨ ਬਿਟਵੀਨ ਤੁਹਾਡੀ ਹੁਣ ਸਿਹਤ ਖਰਾਬ ਹੋ ਗਈ, ਫਿਰ ਤੁਸੀਂ ਕਰੋਗੇ, ਉੱਥੇ ਵੀ ਕੰਮ ਪੰਗਾ ਪੈ ਗਿਆ। ਇੱਕ ਤਾਂ ਵੀ ਹੁਣ ਮਹਿੰਗੀ ਹੋ ਗਈ, ਇੱਕ ਹੈ ਵੀ ਜਦੋਂ ਮਰਜ਼ੀ ਅਸੀਂ ਚੇਂਜ ਕੀਤਾ ਸਾਡੀ ਸਿਹਤ ਖਰਾਬ ਹੋ ਗਈ, ਸਾਨੂੰ ਉਸ ਚੀਜ਼ ਵਾਸਤੇ ਔਖਾ ਹੋ ਸਕਦਾ। ਹੁਣ ਹੈ ਵੀ ਉਸ ਤੋਂ ਬਾਅਦ ਤੁਸੀਂ ਬੈਨੀਫਿਸ਼ਰੀ ਬੈਂਕ ਆਪਦੇ ਆਪ ਨੂੰ ਰੱਖ ਰਿਹਾ, ਉਹਨੂੰ ਇਹ ਨਹੀਂ ਹੈਗਾ ਸੋਤਾ ਸਾਹਿਬ ਦੀ ਕਵਰੇਜ ਉਹਨੇ ਪਰਿਵਾਰ ਮੈਂਬਰ ਬੈਨੀਫਿਸ਼ਰੀ ਹੋਵੇ, ਉਹਨੂੰ ਆਪਦਾ ਹੈ ਵੀ ਅਸੀਂ ਕਿੱਦਾਂ ਪ੍ਰੋਟੈਕਟ ਰਹੀਏ। ਠੀਕ ਹੈ ਜੀ। ਹੁਣ ਜੇ ਦੂਜੇ ਪਾਸਿਓਂ ਤੁਸੀਂ ਆਪਦਾ ਬੈਨੀਫਿਸ਼ਰੀ ਆਪ ਚੂਜ਼ ਕਰ ਸਕਦੇ ਹੋ, ਆਪਦੇ ਪਰਿਵਾਰ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਬਿਜ਼ਨਸ ਪਾਰਟਨਰ ਨੂੰ ਤੁਸੀਂ ਬਣਾ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਚਿੰਤਾ ਨਹੀਂ ਹੈਗੀ ਵੀ ਜਿਹੜੀ ਤੁਸੀਂ ਇੰਸ਼ੋਰੈਂਸ ਲੈ ਲਈ, ਜਿੰਨਾ ਚਿਰ ਤੁਹਾਡੀ ਮੌਰਗੇਜ ਹੈਗੀ ਤੁਹਾਡੀ ਉਹੀ ਕਿਸ਼ਤ ਰਹੂਗੀ, ਉਨੀ ਹੀ ਕਵਰੇਜ ਰਹੂਗੀ, ਭਾਵੇਂ ਤੁਹਾਡੀ ਮੌਰਗੇਜ ਘਟੀ ਜਾਂਦੀ ਹੈ ਕਿਉਂਕਿ ਟਾਈਮ ਦੇ ਨਾਲ। ਹੁਣ ਦੂਜੇ ਪਾਸੇ ਹੁਣ ਤੁਹਾਨੂੰ ਕੋਈ ਚਿੰਤਾ ਨਹੀਂ, ਅੱਜ ਸਿਹਤ ਵਧੀਆ, ਰੇਟ ਵਧੀਆ ਮਿਲ ਗਿਆ, ਕੱਲ੍ਹ ਨੂੰ ਤੁਸੀਂ ਜਦੋਂ ਮਰਜ਼ੀ ਇਹਨੂੰ ਪਰਮਾਨੈਂਟ 'ਚ ਚੇਂਜ ਕਰ ਸਕਦੇ ਹੋ, ਇੰਸ਼ੋਰੈਂਸ ਕੰਪਨੀ ਕੋਲ ਲੈਂਦੇ ਹੋ। ਦੂਜੇ ਪਾਸੇ ਹੈ ਵੀ ਜਦੋਂ ਇੱਕ ਏਜ ਆ ਗਈ, ਭਾਵੇਂ ਤੁਸੀਂ 40 ਸਾਲ ਹੀ ਇੱਕ ਬੈਂਕ ਦੇ ਨਾਲ ਤੁਹਾਡੀ ਮੌਰਗੇਜ ਹੈਗੀ ਹੈ, ਹੁਣ ਇੱਕ ਟਾਈਮ ਆਊਗਾ ਇੱਕ ਏਜ ਆਉਣੀ ਉਹਨਾਂ ਨੇ ਜਦੋਂ ਉਸ ਤੋਂ ਬਾਅਦ ਕਹਿਣਾ ਵੀ ਤੁਸੀਂ ਹੁਣ 65 ਦੇ ਹੋ ਗਏ, 70 ਦੇ ਹੋ ਗਏ, ਸਤਿ ਸ਼੍ਰੀ ਅਕਾਲ, ਸੌਰੀ, ਉਸ ਤੋਂ ਬਾਅਦ ਅਸੀਂ ਤੁਹਾਡੀ ਹੋਰ ਇੰਸ਼ੋਰੈਂਸ ਨਹੀਂ ਕਰ ਸਕਦੇ, ਭਾਵੇਂ ਮੌਰਗੇਜ ਤੁਹਾਡੀ ਰਹਿ ਗਈ ਹੈ। ਉਦੋਂ ਫਿਰ ਆਪਾਂ ਜੇ ਨੁਕਸਾਨ ਦੇਖਦੇ ਹਾਂ, ਪਹਿਲੀ ਗੱਲ ਤਾਂ ਕਿਸ਼ਤਾਂ, ਫਿਰ ਉਸ ਤੋਂ ਬਾਅਦ ਸਾਡੇ ਕੋਲ ਆਪਸ਼ਨਾਂ ਨਹੀਂ ਹੈਗੀਆਂ, ਬੈਨੀਫਿਸ਼ਰੀ ਉਹ ਨੇ, ਪੈਸੇ ਅਸੀਂ ਦਿੰਦੇ, ਇੱਕ ਤੁਹਾਡੀ ਡਾਕਟਰ ਨਹੀਂ। ਦੂਜੇ ਪਾਸੇ ਤੁਸੀਂ ਸਾਰਾ ਕੁਝ ਪ੍ਰੋਟੈਕਟਡ ਹੈ, ਤੁਹਾਡਾ ਫੁੱਲ ਕੰਟਰੋਲ ਹੈ। ਫਿਰ ਅੱਖਾਂ ਮੀਟ ਕੇ ਆਪਾਂ ਉੱਧਰ ਕਿਉਂ ਜਾਈਏ, ਸਾਨੂੰ ਪਤਾ। ਇਸ ਕਰਕੇ ਅਵੇਅਰਨੈਸ ਵਾਸਤੇ ਇਹ ਬਹੁਤ ਜ਼ਰੂਰੀ ਹੈ। ਜਿੰਨੇ ਵੀ ਹੁਣ ਆਪਾਂ ਨੂੰ ਸਰੋਤੇ ਦੇਖ ਰਹੇ ਨੇ, ਇਸ ਚੀਜ਼ ਦੀ 100% ਆਪਦੀ ਮਨੀ ਸੇਵ ਕਰ ਸਕਦੇ ਨੇ ਇਸ ਚੀਜ਼ ਦੀ, ਕਿਉਂਕਿ
ਕਈ ਵਾਰੀ ਮੋੜਗੇ ਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸਾਡੀ ਇੰਸ਼ੋਰੈਂਸ ਹੋਈ ਹੈ, ਕਈ ਵਾਰੀ ਡਬਲ ਵੀ ਹੋ ਜਾਂਦੀ ਹੈ। ਕਈ ਕਹਿੰਦੇ ਇਹ ਵੀ ਜਦੋਂ ਮੋੜਗੇ ਲਈ ਨਾਲੇ ਉਹਨਾਂ ਨੇ ਪੇਪਰ ਨਾਲ ਰੱਖਤੇ ਵੀ ਆਹ ਵੀ ਕਰ ਦਿਓ, ਜਾਂ ਕਹਿੰਦੇ 30 ਦਿਨਾਂ ਬਾਅਦ ਕਟਾ ਦਿਆ ਜੇ। ਹੁਣ ਨਾ 30 ਦਿਨ ਬਾਅਦ ਅਸੀਂ ਭੁੱਲ ਜਾਂਦੇ ਸਾਰਾ ਕੁਛ, ਵੀ ਉੱਥੋਂ ਕਹਿ ਵੀ ਦਿੰਦੇ 30 ਦਿਨ ਪਹਿਲੇ ਫ੍ਰੀ ਨੇ, ਉਸ ਤੋਂ ਬਾਅਦ ਤੁਸੀਂ ਕਟਾ ਸਕਦੇ ਹੋ। ਉਹ ਅਸੀਂ 30 ਦਿਨ ਭੁੱਲ ਗਏ, ਉਸ ਤੋਂ ਬਾਅਦ ਪੈਸੇ ਜਾਈ ਜਾਂਦੇ, ਉੱਧਰ ਵੀ ਜਾਈ ਜਾਂਦੇ, ਜਾਂ ਆਪਾਂ ਦੂਜੀ ਹੋਰ ਵੀ ਕਰਾ ਲੈਂਦੇ ਹਾਂ। ਇਸ ਕਰਕੇ ਵੀ ਮੈਂ ਜਿੰਨੇ ਵੀ ਅੱਜ ਆਪਾਂ ਨੂੰ ਸੁਣ ਰਹੇ ਨੇ ਆਪਦੀ ਮੋਰਗੇਜ 99.9% ਆਪਦੀ ਮੋਰਗੇਜ ਇੰਸ਼ੋਰੈਂਸ ਉਹ ਸੇਵ ਕਰ ਸਕਦੇ ਨੇ ਜੇ ਥਿੰਕ ਇੰਸ਼ੋਰੈਂਸ ਨੂੰ ਕੰਟੈਕਟ ਕਰਦੇ। ਥੈਂਕ ਸਾਹਿਬ, ਇਹਦੇ ਵਿੱਚ ਫਰਕ ਕਿੰਨਾ ਕੁ ਹੁੰਦਾ, ਮਤਲਬ ਵੱਡਾ ਇਹਦਾ ਫਾਇਦਾ ਕੀ ਹੁੰਦਾ? ਇੱਕ ਬੰਦਾ ਨਹੀਂ ਲੈਂਦਾ ਮੋਰਗੇਜ ਇੰਸ਼ੋਰੈਂਸ ਤੇ ਇੱਕ ਲੈਂਦਾ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਜੋ ਵੀ ਚੀਜ਼ਾਂ ਅਸੀਂ ਆਪਦਾ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਸਾਡਾ ਪਰਿਵਾਰ ਇੰਸ਼ੋਰੈਂਸ ਅਸੀਂ ਤਾਂ ਲੈਂਦੇ, ਸਾਡਾ ਪਰਿਵਾਰ ਅਤੇ ਸਾਡਾ ਜਿਹੜਾ ਸਾਡਾ ਵੱਡਾ ਬਿੱਲ ਹੈ, ਜਿਹੜੇ ਸਾਡੇ ਲੋਨ ਨੇ। ਹੁਣ ਇਹ ਹੈ ਵੀ ਇੱਕ ਪਾਸੇ ਕਿਸੇ ਨੂੰ ਕੁਝ ਹੋ ਜਾਂਦਾ ਪਰਿਵਾਰ ਨੂੰ, ਹੁਣ ਇਹ ਵੀ ਜੇ ਹੋ ਗਿਆ ਇੰਸ਼ੋਰੈਂਸ ਨਹੀਂ ਹੈਗੀ ਤਾਂ ਮੋਰਗੇਜ ਕਿੰਨੇ ਦੇਣੀ ਹੈ? ਉਹੀ ਬੰਦਾ ਕਮਾਊ, ਉਹੀ ਬੰਦਾ ਮੋਢੀ ਹੈ, ਉਹਦੇ ਨਾਂ ਹੀ ਮੋਰਗੇਜ ਹੈਗੀ ਹੈ। ਹੁਣ ਜੇ ਨਹੀਂ ਰਿਹਾ ਤਾਂ ਫਿਰ ਕੀ ਹੋਊਗਾ? ਹੁਣ ਇਹ ਵੀ ਬੈਂਕ ਨੇ ਤਾਂ ਘਰ ਉਹਨੇ ਕਹਿਣਾ ਵੀ ਸੌਰੀ ਵੀ ਸਾਨੂੰ ਤਾਂ ਇਹਦੀ ਇੰਸ਼ੋਰੈਂਸ ਨਹੀਂ ਹੈਗੀ, ਮੋਰਗੇਜ ਕਿੱਥੇ ਜਾਊਗੀ? ਬੈਂਕ ਕੋਲੇ ਘਰ ਜਾਂਦਾ ਲੱਗਣਾ। ਹੁਣ ਦੂਜੇ ਪਾਸੇ ਇੰਸ਼ੋਰੈਂਸ ਕਰਾਈ ਹੋਈ ਹੈ, ਟੈਕਸ ਫਰੀ ਪਰਿਵਾਰ ਨੂੰ ਪੈਸੇ ਮਿਲ ਗਏ, ਉਹਨਾਂ ਦੀ ਮਰਜ਼ੀ ਹੈ ਕਿਸ਼ਤਾਂ ਇੱਦਾਂ ਰੱਖਣੀਆਂ, ਮੋੜਗੇ ਪੇ ਕਰਨੇ ਆ, ਬੱਚਾ ਉਹ ਜਿਹੜੇ ਪੈਸੇ ਨੇ ਟੈਕਸ ਫਰੀ ਆ ਗਏ, ਜਿੱਦਾਂ ਮਰਜ਼ੀ ਮਨੀ ਆਪਦੀ ਮਰਜ਼ੀ ਨਾਲ ਯੂਜ਼ ਕਰ ਸਕਦੇ ਨੇ। ਹੁਣ ਉਹ ਹੈ ਵੀ ਇੱਕ ਲੈਂਡਰ ਕੋਲ ਆਪਦੀ ਪ੍ਰੋਟੈਕਸ਼ਨ ਹੈਗੀ, ਤੁਹਾਡੇ ਪਰਿਵਾਰ ਦੀ ਪ੍ਰੋਟੈਕਸ਼ਨ ਹੈ, ਇੱਕ ਛਤਰੀ ਥੱਲੇ ਸਾਰਾ ਕੁਝ ਇਕੱਠਾ ਹੋ ਗਿਆ, ਪਰਿਵਾਰ ਦੀ ਇੰਸ਼ੋਰੈਂਸ ਹੋ ਗਈ ਅਤੇ ਨਾਲੇ ਤੁਹਾਡੇ ਮੋੜਗੇ ਜਾਂ ਲਾਇਬਿਲਿਟੀਆਂ ਹੈਗੀਆਂ ਅੱਜ ਦੀਆਂ ਵੀ ਫਿਊਚਰ ਵਾਲੀਆਂ। ਕਈ ਵਾਰੀ ਮੋੜਗੇ ਮੁੱਕ ਵੀ ਜਾਂਦੀ ਆ। ਦੂਜੇ ਪਾਸੇ ਇੰਸ਼ੋਰੈਂਸ ਜੇ ਆਪਾਂ ਬੈਂਕ ਤੋਂ ਕਰਾਈ ਹੋਈ ਹੈ, ਜੇ ਮੋੜਗੇ ਤੁਹਾਡੀ ਮੁੱਕ ਗਈ ਇਨ ਬਿਟਵੀਨ ਤੁਸੀਂ ਹੋਰ ਲੈਣੀ ਹਾਲੀ, ਜੇ ਇੱਕ ਵਾਰੀ ਨਹੀਂ ਹੈਗੀ, ਜੇ ਕੁਝ ਹੋ ਜਾਂਦਾ ਤਾਂ $0 ਦੀ ਕਵਰੇਜ ਆ। ਦੂਜੇ ਪਾਸੇ ਜਿੰਨੇ ਵੀ ਅਮਾਊਂਟ ਤੁਸੀਂ ਕਰਾਈ ਹੋਈ ਹੈ, ਭਾਵੇਂ ਮੋੜਗੇਜ ਹੈਗੀ ਜਾਂ ਨਹੀਂ ਹੈਗੀ, ਉਹ ਤੁਹਾਡੀ ਕਵਰੇਜ ਰਹਿੰਦੀ ਹੈ। ਇਹ ਲੈਂਡਰ ਤੋਂ ਬਾਹਰ ਜਦੋਂ ਤੁਸੀਂ ਕਿਸੇ ਕੋਲੋਂ ਲੈਂਦੇ ਹੋ ਤਾਂ ਉੱਥੇ ਸਸਤੀ ਵੀ ਪੈਂਦੀ ਹੈ? ਬਿਲਕੁਲ ਜੀ, 100% ਸਸਤੀ। 100% ਤਾਂ ਕਹਿੰਦੇ ਕਿਉਂਕਿ ਤੁਹਾਡੀ ਸਿਹਤ ਵਧੀਆ ਚਾਹੀਦੀ ਹੈ, ਇਸ ਕਰਕੇ ਮੈਂ ਸਸਤੀ ਦੀ ਗੱਲ ਕਰਦਾ, ਕਿਉਂਕਿ ਇੰਸ਼ੋਰੈਂਸ ਪੈਸਿਆਂ ਨਾਲ ਨਹੀਂ ਅਸੀਂ ਲੈ ਸਕਦੇ, ਸਿਹਤ ਨਾਲ ਖਰੀਦ ਸਕਦੇ ਹਾਂ। ਜੇ ਸਾਡੀ ਸਿਹਤ ਵਧੀਆ ਤਾਂ ਬਿਲਕੁਲ ਅਸੀਂ 99% ਜਿੰਨੇ ਵੀ ਲਿਸਟਨਰਸ ਨੇ ਆਪਦੀ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਐਡਵਾਈਜ਼ਰ ਤੋਂ ਲੈਂਦੇ ਨੇ, ਇੰਸ਼ੋਰੈਂਸ ਕੰਪਨੀ ਤੋਂ ਲੈਂਦੇ ਨੇ, ਬਿਲਕੁਲ ਉਹਨਾਂ ਨੂੰ ਸਸਤੀ ਮਿਲੂਗੀ। ਅੱਛਾ ਸਾਹਿਬ, ਆਖਰ ਦੇ ਵਿੱਚ ਕੰਟੈਕਟ ਦੱਸਿਓ ਜੀ, ਕਿੱਥੇ ਕੀਤਾ ਜਾ ਸਕਦਾ ਤੁਹਾਡੇ ਨਾਲ? ਹਾਂਜੀ, ਕੰਟੈਕਟ ਜੀ 604 828 7213 ਸਾਡੀਆਂ 3 ਲੋਕੇਸ਼ਨਸ ਨੇ ਜੀ, ਇੱਕ ਸਰੀ 'ਚ, ਐਬਰਟਸਵਰਡ, ਐਡਮੰਟਨ ਦੇ ਵਿੱਚ ਅਤੇ ਕੈਲਗਰੀ ਦੇ ਵਿੱਚ। ਕਿਸੇ ਨੂੰ ਕੋਈ ਵੀ ਕੁਐਸਚਨ ਹੈ ਸਾਨੂੰ ਗੂਗਲ 'ਤੇ ਸਰਚ ਕਰ ਸਕਦੇ ਜੀ, ਥਿੰਕ ਇੰਸ਼ੋਰੈਂਸ। ਅਤੇ ਬਾਕੀ ਕੋਈ ਵੀ ਸਵਾਲ ਹੈ, ਜਿੰਨੇ ਵੀ ਹੁਣ ਸਰੋਤੇ ਆਪਾਂ ਨੂੰ ਦੇਖ ਰਹੇ ਨੇ ਚੈਨਲ ਪੰਜਾਬੀ ਨੂੰ, ਆਪਦੀ ਮੋਰਗੇਜ ਇੰਸ਼ੋਰੈਂਸ ਜ਼ਰੂਰ ਐਮਫਸਾਈਜ਼ ਕਰਦਾ ਵੀ ਆਪਦੇ ਬਾਰੇ ਸੋਚੋ, ਆਪਦਾ ਬਿੱਲ ਦੇਖੋ, ਵਾਕਿਆ ਹੀ ਦੇਖੋ ਤੁਹਾਡੀਆਂ ਕਿਸ਼ਤਾਂ ਦੇ ਵਿੱਚ ਐਡ ਤਾਂ ਨਹੀਂ ਹੋਈ। ਜੇ ਤੁਸੀਂ ਸੇਵ ਕਰ ਸਕਦੇ ਹੋ $100-200 ਮਹੀਨੇ ਦਾ, $50 ਵੀ ਮਹੀਨੇ ਦੇ, ਜੇ ਤੁਸੀਂ 20 ਸਾਲ ਵੀ ਸੇਵ ਕਰ ਲਏ, $50 ਦੇਖੋ ਕਿੰਨੇ ਪੈਸੇ ਬਣ ਗਏ। ਹੁਣ ਹਜ਼ਾਰਾਂ ਡਾਲਰ ਸੇਵ ਕਰ ਸਕਦੇ ਨੇ, ਕਿਉਂਕਿ ਅਸੀਂ ਅਣਗਹਿਲੀ ਨਾ ਕਰੀਏ, ਕਿਉਂਕਿ ਹੁਣ ਇੰਟਰਸਟ ਰੇਟ ਫਿਰ ਵੱਧ ਰਿਹਾ, ਕਿਉਂਕਿ ਅੱਗੇ ਜਿੱਧਰ ਨੂੰ ਮਾਰਕੀਟ ਜਾ ਰਹੀ ਹੈ ਅਤੇ ਆਪਦੇ ਆਪ ਨੂੰ ਜਿਹੜੀ ਸੇਵਿੰਗ ਹੋ ਸਕਦੀ, ਮਿਹਨਤ ਨਾਲ ਅਸੀਂ ਪੈਸੇ ਕਮਾਉਂਦੇ ਹਾਂ। ਅਤੇ ਇਹੀ ਸਾਡੇ ਵੱਲੋਂ ਉਪਰਾਲਾ ਵੀ ਜਿੰਨੀ ਇਨਫੋਰਮੇਸ਼ਨ ਹੋ ਸਕੇ, ਕਿਉਂਕਿ ਸਾਨੂੰ ਕੋਈ ਵੀ ਕੰਟੈਕਟ ਕਰਦਾ, ਨਾ ਹੀ ਅਸੀਂ ਫੋਨ ਕਾਲਾਂ ਕਰਕੇ ਤੰਗ ਕਰਦੇ ਹਾਂ, ਨਾ ਹੀ ਡਰਾਮਾ 'ਚ ਨਾ ਪਾਉਂਦੇ ਹਾਂ। ਇਹ ਹੈ ਵੀ ਜੇ ਕਿਸੇ ਦਾ ਕੋਈ ਵੀ ਕੁਐਸਚਨ ਹੈ, ਕੋਟ ਲੈਣਾ, ਸਾਨੂੰ ਫੋਨ ਕਰੋ, ਤੁਹਾਨੂੰ ਪ੍ਰਾਈਜ਼ ਦੱਸ ਦਿਆਂਗੇ, ਆਹ ਬਣਦੀ ਕਿਸ ਤੁਹਾਡੀ ਆਹ ਚੀਜ਼ ਹੈਗੀ ਹੈ। ਨਾਲੇ ਇੱਕ ਜਿਹੜੀ ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਹੈਗੀ ਜੀ, ਇਹ ਆਪਾਂ ਵਿੱਚ ਜਿਹੜਾ ਆਪਾਂ ਲੈਂਡਰ ਤੋਂ ਜਿਹੜਾ ਆਪਾਂ ਲੈਂਦੇ ਹਾਂ, ਕਈ ਵਾਰੀ ਵਿੱਚ ਡਿਸੇਬਿਲਿਟੀ ਅਤੇ ਕ੍ਰਿਟੀਕਲ ਇਲਨੈਸ ਵੀ ਨਾਲੇ ਵਿੱਚ ਕੰਬੋ ਹੋ ਜਾਂਦਾ ਜੀ। ਜਿਹੜੀ ਡਿਸੇਬਿਲਿਟੀ ਹੈ ਉਹ ਆਪਾਂ ਆਪਸ਼ਨਾਂ ਨਹੀਂ ਚੂਜ਼ ਕਰ ਸਕਦੇ, ਜੇ ਇਨ ਕੇਸ ਮੋੜਗੇ ਦੀ ਕਿਸ਼ਤ ਕਿੱਦਾਂ ਜਾਊਗੀ ਜੇ ਅਸੀਂ ਡਿਸੇਬਲ ਹੋ ਜਾਂਦੇ ਹਾਂ। ਇੱਕ ਪਾਸੇ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਲੈਣਾ, ਤੁਹਾਡੇ ਕੋਲ ਲਾਰ ਆਫ ਆਪਸ਼ਨ, ਤੁਸੀਂ ਕਿੱਦਾਂ ਮਰਜ਼ੀ ਪਿਕ ਐਂਡ ਚੂਜ਼ ਕਰ ਸਕਦੇ ਹੋ, ਉਹਨੂੰ ਚੀਜ਼ਾਂ ਨੂੰ ਆਪਦੇ ਹਿਸਾਬ ਨਾਲ ਡਿਜ਼ਾਈਨ ਕਰ ਸਕਦੇ ਹੋ। ਜਿਹੜੀ ਕ੍ਰਿਟੀਕਲ ਇਲਨੈਸ ਜਿਹੜੀ ਲੈਂਡਰ ਕੋਲ ਹੈਗੀ, ਉਹਦੇ ਸਿਰਫ 4 ਬਿਮਾਰੀਆਂ ਕਵਰ ਨੇ। ਦੂਜੇ ਪਾਸੇ ਕ੍ਰਿਟੀਕਲ ਇਲਨੈਸ ਦੀਆਂ ਤੁਹਾਡੇ ਕੋਲ 25 ਬਿਮਾਰੀਆਂ, ਤੁਹਾਡੇ ਕੋਲ ਆਪਸ਼ਨ ਆ, ਪੈਸੇ ਵਾਪਸ ਵੀ ਲੈ ਸਕਦੇ ਹੋ। ਸੋ ਇਟਸ ਅ ਲਾਟ ਆਫ ਸੇਵਿੰਗ, ਲਾਟ ਆਫ ਬੈਟਰ ਆਪਸ਼ਨਸ। ਫਿਰ ਜਦੋਂ ਸਾਨੂੰ ਬੈਟਰ ਆਪਸ਼ਨ ਸਸਤੇ 'ਚ ਮਿਲਦੀ ਹੈ, ਅਸੀਂ ਉਹ ਆਪਸ਼ਨ ਚੂਜ਼ ਨਾ ਕਰੀਏ। ਸਾਡਾ ਥਿੰਕਿੰਗ ਦਾ ਇਹੀ ਉਪਰਾਲਾ ਆਪਣੇ ਅੱਜ ਦੀ ਗੱਲਬਾਤ ਤੋਂ ਵੀ ਜਿੰਨੇ ਵੀ ਆਪਣੇ ਸਰੋਤੇ ਨੇ ਚੈਨਲ ਪੰਜਾਬੀ ਦੀ ਕਿੱਦਾਂ ਸੇਵ ਕਰ ਸਕਦੇ ਨੇ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ, ਅਸੀਂ ਪਰਮਿੰਦਰ ਸਿੰਘ ਥਿੰਦ ਹੋਰਾਂ ਨਾਲ ਗੱਲਬਾਤ ਕੀਤੀ ਹੈ। ਮਹਿੰਗਾਈ ਇਸ ਵੇਲੇ ਬਹੁਤ ਜ਼ਿਆਦਾ ਆ, ਇੰਟਰਸਟ ਰੇਟ ਵੱਧ ਰਹੇ ਆ, ਜਿੱਥੇ ਕਿਤੇ ਕੋਈ ਸੇਵ ਹੁੰਦਾ ਕਰ ਲੈਣਾ ਚਾਹੀਦਾ। ਆਪਣੀ ਮੋਰਗੇਜ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰੋ, ਉਹਦੇ ਵਿੱਚ ਕੀ ਕੀ ਇਨਕਲੂਡ ਆ। ਜੇ ਮੋਰਗੇਜ ਇੰਸ਼ੋਰੈਂਸ ਉਹਦੇ ਵਿੱਚ ਹੈਗੀ ਆ, ਨਾਲ ਹੀ ਤੁਹਾਡੀ ਪੇਮੈਂਟ ਦੇ ਆਈ ਜਾਂਦੀ ਆ, ਉਹਨੂੰ ਚੈੱਕ ਕਰੋ ਕਿੰਨੀ ਆ, ਅਤੇ ਇੱਕ ਵਾਰੀ ਥਿੰਕ ਇੰਸ਼ੋਰੈਂਸ 'ਤੇ ਫੋਨ ਜ਼ਰੂਰ ਕਰੋ। ਹੋ ਸਕਦਾ ਤੁਹਾਡਾ $100 ਮਹੀਨੇ ਦਾ ਬਚ ਜਾਵੇ। ਕੀ ਬੈਟਰ ਆਪਸ਼ਨਸ ਨੇ ਉਹ ਵੀ ਤੁਹਾਨੂੰ ਇਹ ਦੱਸ ਸਕਦੇ ਨੇ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਦੋਸਤੋ, ਸਹੋਤਾ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਥੋੜ੍ਹਾ ਜਿਹਾ ਵੱਖਰੇ ਫਾਰਮੈਟ ਦੇ ਵਿੱਚ ਸ਼ੋਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।
ਗੁਰਪ੍ਰੀਤ ਸਿੰਘ ਸੋਤਾ ਨੇ ਤੁਹਾਡੇ ਲਈ ਰੋਜ਼ਾਨਾ ਇਹ ਸ਼ੋਅ ਲੈ ਕੇ ਆਉਂਦੇ ਆ। ਅੱਜ ਥੋੜ੍ਹੀ ਜਿਹੀ ਤਕਨੀਕੀ ਦਿੱਕਤ ਕਾਰਨ ਅਸੀਂ ਸਟੂਡੀਓ ਦੇ ਵਿੱਚ ਸ਼ੋਅ ਰਿਕਾਰਡ ਨਹੀਂ ਕਰ ਸਕੇ, ਸੋ ਅੱਜ ਦੇ ਦਿਨ ਲਈ ਮੈਂ ਉਹਨਾਂ ਦੀ ਮਦਦ ਦੇ ਲਈ ਤੇ ਇਸ ਗੱਲ ਕਰਕੇ ਕਿ ਅਸੀਂ ਮਿਸ ਨਾ ਕਰ ਜਾਈਏ, ਤੁਸੀਂ ਉਹਨਾਂ ਨੂੰ ਬਹੁਤ ਬੇਸਬਰੀ ਨਾਲ ਉਡੀਕਦੇ ਰਹਿੰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਥੋੜ੍ਹੇ ਜਿਹੇ ਵੱਖਰੇ ਫਾਰਮੈਟ ਦੇ ਲਈ, ਪਰ ਸਿਰਫ ਅੱਜ ਦੇ ਦਿਨ ਲਈ। ਕੱਲ੍ਹ ਤੋਂ ਫਿਰ ਬਕਾਇਦਾ ਉਹ ਜਿਸ ਤਰ੍ਹਾਂ ਪਹਿਲਾਂ ਸਟੂਡੀਓਜ਼ ਦੇ ਵਿੱਚ ਸ਼ੋਅ ਕਰਦੇ ਆ ਉਸੇ ਤਰ੍ਹਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਣਗੇ। ਸੋ ਦੱਸੋ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਕਾਨ ਜੀ, ਤੁਹਾਨੂੰ ਤੇ ਨਾਲ ਹੀ ਪ੍ਰੋਗਰਾਮ ਦੇਖ ਰਹੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋਤਾ ਸਾਹਿਬ, ਦੱਸਿਓ ਘਰਾਂ ਦੀ ਮਾਰਕੀਟ ਬਾਰੇ। ਇੰਟਰਸਟ ਰੇਟ ਕਹਿੰਦੇ ਵਧੀ ਜਾਂਦੇ ਆ, ਉੱਧਰ ਅਮਰੀਕਾ ਦੇ ਵਿੱਚ ਰੈਕਡ ਹਾਈ ਹੋ ਗਏ ਆ, ਰੌਲਾ ਪੈ ਰਿਹਾ ਵੀ ਜਿਹੜੀ ਉਹ ਕੀ ਰਿਸੈਸ਼ਨ ਆ ਸਕਦਾ ਆ, ਕੀ ਗੱਲਬਾਤ ਲੱਗਦੀ ਹੈ ਜੀ ਇਸ ਵੇਲੇ? ਪਹਿਲਾਂ ਤਾਂ ਅਸਲੀ ਹਾਲਤ ਦੱਸਿਓ ਵੀ ਹੈ ਕੀ, ਰੌਲਾ ਰੱਪਾ ਕੀ ਆ, ਤੇ ਅਸਲ ਸਿਚੁਏਸ਼ਨ ਮਾਰਕੀਟ ਦੀ ਕੀ ਆ? ਦੇਖੋ, ਮਾਰਕੀਟ ਜਿਹੜੀ ਹੈ ਤਕਰੀਬਨ 1999 ਤੋਂ ਲਗਾਤਾਰ ਉੱਪਰ ਜਾ ਰਹੀ ਸੀ। ਸੋ ਵੈਸੇ ਜਿਹੜਾ ਇੱਕ ਰਿਸੈਸ਼ਨ ਦਾ ਅਤੇ ਇੱਕ ਚੰਗੇ ਟਾਈਮ ਦਾ ਪੀਰੀਅਡ ਅੱਗੇ ਗਿਣਦੇ ਸੀਗੇ, ਉਹ 8 ਸਾਲ ਦਾ ਗਿਣਦੇ ਹੁੰਦੇ ਸੀਗੇ ਵੀ 8 ਸਾਲ ਰਿਸੈਸ਼ਨ ਰਹਿੰਦਾ ਅਤੇ 8 ਸਾਲ ਫਿਰ ਮਾਰਕੀਟ ਜਿਹੜੀ ਹੈ ਬੂਮ ਹੁੰਦੀ ਆ, ਬੁੱਲ ਮਾਰਕੀਟ ਦੇ ਬੀਅਰ ਮਾਰਕੀਟ ਵੀ ਕਹਿ ਦਿੰਦੇ ਇਹਨੂੰ। ਸੋ 1999 ਤੋਂ ਲਗਾਤਾਰ ਪ੍ਰਾਈਸਿਸ ਉੱਪਰ ਜਾ ਰਹੀਆਂ ਸੀਗੀਆਂ, ਪਰ ਹੁਣ ਕੁਦਰਤੀ ਜਿਹੜੀ ਕਰੋਨਾ ਮਹਾਂਮਾਰੀ ਦੇ ਕਾਰਨ ਅਤੇ ਉਸ ਤੋਂ ਬਾਅਦ ਦੇ ਵਿੱਚ ਜੰਗ ਲੱਗਣ ਕਾਰਨ ਅਤੇ ਮਹਿੰਗਾਈ ਵਧਣ ਦੇ ਕਾਰਨ ਕੁਝ ਅਜਿਹੇ ਹਾਲਾਤ ਬਣ ਗਏ ਆ ਕਿ ਸਰਕਾਰਾਂ ਨੂੰ ਜਿਹੜੇ ਇੰਟਰਸਟ ਰੇਟ ਆ ਉਹ ਚੱਕਣੇ ਪੈਣੇ ਆ। ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਅਮਰੀਕਾ ਦੇ ਵਿੱਚ ਇੰਟਰਸਟ ਰੇਟ ਚੱਕੇ ਗਏ ਆ, ਇੰਗਲੈਂਡ ਦੇ ਵਿੱਚ, ਨਿਊਜ਼ੀਲੈਂਡ, ਆਸਟ੍ਰੇਲੀਆ, ਹਰੇਕ ਥਾਂ ਜਿਹੜੇ ਆ, ਈਵਨ ਭਾਰਤ ਦੇ ਵਿੱਚ ਵਿਆਜ ਦਰਾਂ ਜਿਹੜੀਆਂ ਉੱਪਰ ਗਈਆਂ। ਸੋ ਵਿਆਜ ਦਰਾਂ ਇਸ ਕਰਕੇ ਉੱਪਰ ਲਿਜਾਈਆਂ ਜਾਂਦੀਆਂ ਕਿਉਂਕਿ ਮਹਿੰਗਾਈ ਦਰ ਜਿਹੜੀ ਉਹ ਬਹੁਤ ਉੱਪਰ ਚੱਲ ਗਈ ਹੈ। ਕੈਨੇਡਾ ਦੇ ਵਿੱਚ ਇਸ ਵੇਲੇ ਮਹਿੰਗਾਈ ਦਰ ਜਿਹੜੀ ਰਿਕਾਰਡ ਤੋੜਿਆ, ਸੋ ਉਹਨੂੰ ਥੱਲੇ ਘਟਾਉਣ ਵਾਸਤੇ ਮਹਿੰਗਾਈ ਦਰ ਨੂੰ ਵਿਆਜ ਦਰਾਂ ਜਿਹੜੀਆਂ ਚੱਕੀਆਂ ਜਾਂਦੀਆਂ। ਜਦੋਂ ਵਿਆਜ ਦਰਾਂ ਚੱਕੀਆਂ ਜਾਂਦੀਆਂ ਉਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਵੀ ਚੀਜ਼ ਤੁਸੀਂ ਖਰੀਦੀ ਹੋਈ ਹੈ, ਚਾਹੇ ਉਹ ਘਰ ਆ, ਚਾਹੇ ਉਹ ਕਾਰ ਆ, ਚਾਹੇ ਕੋਈ ਹੋਰ ਕਰਜ਼ਾ ਲਿਆ ਆ, ਲਾਈਨ ਆਫ ਕ੍ਰੈਡਿਟ ਆ, ਉਹਦੀ ਕਿਸ਼ਤ ਵੱਧ ਜਾਂਦੀ ਹੈ। ਸੋ ਉਹਦੇ ਨਾਲ ਫਿਰ ਲੋਕਾਂ ਦੀ ਕਮਾਈ ਉਨੀ ਹੁੰਦੀ ਆ, ਸੋ ਉਹਦੇ ਨਾਲ ਕੁਛ ਨਾ ਕੁਛ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਅਤੇ ਆਲਰੇਡੀ ਕੈਨੇਡਾ ਦੇ ਵਿੱਚ ਇਹ ਫਰਕ ਜਿਹੜਾ ਦਿਸਣ ਲੱਗ ਪਿਆ ਆ। ਸੋ ਇੱਕ ਜਿਹੜੀ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਘਰਾਂ ਦੀ ਮਾਰਕੀਟ ਹੈ ਇਹਨੂੰ ਸੈਂਟੀਮੈਂਟ ਮੂਵ ਕਰਦਾ, ਭਾਵਨਾਵਾਂ ਜਿਹੜੀਆਂ ਹੁੰਦੀਆਂ ਉਹ ਮੂਵ ਕਰਦੀਆਂ ਹੋਰ ਚੀਜ਼ਾਂ ਦੇ ਨਾਲੋਂ। ਅਤੇ ਜਦੋਂ ਮਾਰਕੀਟ ਵਿੱਚ ਭਾਵਨਾ ਇਹ ਬਣ ਜਾਵੇ ਵੀ ਇੰਟਰਸਟ ਰੇਟ ਉੱਪਰ ਵੱਧ ਜਾਣੇ ਆ ਅਤੇ ਪਤਾ ਨਹੀਂ ਕੀ ਹੋਣਾ, ਜਿਹੜੇ ਖਰੀਦਦਾਰ ਹੁੰਦੇ ਆ ਉਹ ਟਿਕ ਕੇ ਬਹਿ ਜਾਂਦੇ ਆ। ਸੋ ਉਹੀ ਕੁਛ ਹੁਣ ਜਿਹੜਾ ਆ ਕੈਨੇਡਾ ਦੇ ਵਿੱਚ ਹੋ ਰਿਹਾ ਆ, ਖਰੀਦਦਾਰ ਜਿਹੜੇ ਆ ਉਹ ਟਿਕ ਕੇ ਬਹਿ ਗਏ ਆ। ਦੇਖੋ ਅਤੇ ਜਿੱਦਾਂ ਕਹਿੰਦੇ ਉਡੀਕ ਕਰੋ ਦੀ ਨੀਤੀ 'ਤੇ ਚੱਲ ਰਹੇ ਆ। ਸੋ ਇਸ ਕਰਕੇ ਘਰਾਂ ਦੀ ਕੀਮਤ ਦੀ ਜਿਹੜੇ ਆ ਰੁਝਾਨ ਹੇਠਾਂ ਨੂੰ ਆਉਣੇ ਸ਼ੁਰੂ ਹੋ ਗਏ ਆ। ਜੇ ਆਪਾਂ ਗੱਲ ਟੋਰਾਂਟੋ ਇਲਾਕੇ ਦੀ ਕਰੀਏ, ਬੇਸ਼ੱਕ ਵੈਨਕੂਵਰ ਇਲਾਕੇ ਦੀ ਕਰੀਏ, ਜਿਹੜੇ ਅੰਕੜੇ ਆ ਰਹੇ ਆ ਅਪ੍ਰੈਲ ਮਹੀਨੇ ਦੇ ਅੰਕੜਿਆਂ ਦੇ ਵਿੱਚ ਦਿਖਾਇਆ ਗਿਆ ਕਿ ਕਾਫੀ ਸੇਲ ਜਿਹੜੀ ਆ ਘਟੀ ਆ। ਸੋ ਜਦੋਂ ਸੇਲ ਘਟਦੀ ਆ ਨਾਲ ਦੀ ਨਾਲ ਕੀਮਤਾਂ ਵੀ ਹੌਲੀ ਹੌਲੀ ਡਰੋਪ ਹੁੰਦੀਆਂ। ਖੁਦ ਇੱਕ ਆਪ ਰੀਅਲਟਰ ਵਜੋਂ ਇਸ ਕਿੱਤੇ 'ਚ ਇਨਵੋਲਵ ਹੋਣ ਦੇ ਨਾਤੇ ਮੈਂ ਕਹਿ ਸਕਦਾ ਕਿ ਵਾਕਈ ਮਾਰਕੀਟ ਜਿਹੜੀ ਆ ਠੰਡੀ ਹੋ ਚੁੱਕੀ ਆ ਅਤੇ ਕੁਝ ਘਰ ਜਿਹੜੇ ਆ ਸਸਤੇ ਵਿਕੇ ਆ। ਜੇ ਕਿਤੇ ਮਾਰਕੀਟ ਤੱਤੀ ਹੁੰਦੀ ਉਹਨਾਂ ਦੀ ਕੀਮਤ ਹੋਰ ਹੋਣੀ ਸੀਗੀ, ਜਿਹੜੀ ਕਿ ਹੁਣ ਹੋਰ ਹੋਈ ਆ। ਸੋ ਇਹ ਗੱਲ ਆਪਾਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਘਰਾਂ ਦੀ ਮਾਰਕੀਟ ਜਿਹੜੀ ਆ ਉਹ ਹੇਠਾਂ ਨੂੰ ਆਈ ਆ ਅਤੇ ਅਗਾਂਹ ਵੀ ਹੋਰ ਆਉਣ ਦੇ ਸਾਰੇ ਆ, ਕਿਉਂਕਿ ਜਿੰਨਾ ਚਿਰ ਲੋਕਾਂ ਦੇ ਸੈਂਟੀਮੈਂਟ ਹਾਈ ਨਹੀਂ ਹੁੰਦੇ, ਕਿਉਂਕਿ ਇੱਕ ਭੇਡ ਚਾਲ ਹੁੰਦੀ। ਜਦੋਂ ਫਿਰ ਤੁਰਨਾ ਸਾਰਿਆਂ ਨੇ ਇੱਕ ਪਾਸੇ ਨੂੰ ਤੁਰਨਾ, ਜਦੋਂ ਸਾਰਿਆਂ ਨੇ ਖੜ੍ਹ ਜਾਣਾ ਤਾਂ ਇੱਕਦਮ ਖੜ੍ਹ ਜਾਣਾ ਆ। ਸੋ ਸੈਂਟੀਮੈਂਟ ਜਿਹੜਾ ਇਸ ਵੇਲੇ ਬਹੁਤ ਥੱਲੇ ਆ ਚੁੱਕਾ ਹੈ ਜੀ। ਅਤੇ ਇਹ ਹੁਣ ਮਤਲਬ ਇਹ ਤੋਂ ਅੰਦਾਜ਼ਾ ਕੀ ਲਾਇਆ ਜਾਵੇ ਵੀ ਜਿੱਦਾਂ ਅਮਰੀਕਾ ਦੇ ਵਿੱਚ ਰਿਸੈਸ਼ਨ ਸੀਗਾ ਉੱਦਾਂ ਦਾ ਕੁਛ ਹੋ ਜਾਊਗਾ ਦੁਬਾਰਾ, ਜਾਂ ਉਹਦੇ ਕਿੰਨੇ ਕੁ ਚਾਂਸ ਆ, ਜਾਂ ਮਾਰਕੀਟ ਕਿੰਨਾ ਕੁ ਚਿਰ ਖੜੀ ਰਹਿ ਸਕਦੀ ਇਹਦੇ ਬਾਰੇ? ਜਾਂ ਜਿਹੜੀ ਆਮ ਤੌਰ ਦੇ ਉੱਤੇ ਜਦੋਂ ਵੱਧਦੀ ਮਾਰਕੀਟ 'ਚ ਅਸੀਂ ਪੁੱਛਦੇ ਸੀ ਤਾਂ ਸਾਰੇ ਰੀਅਲਟਰ ਇਹ ਕਹਿੰਦੇ ਸੀਗੇ ਵੀ ਡਿਮਾਂਡ ਸਪਲਾਈ ਦਾ ਰੌਲਾ ਆ, ਡਿਮਾਂਡ ਜਿਹੜੀ ਆ ਉਹ ਜ਼ਿਆਦਾ ਆ ਅਤੇ ਸਪਲਾਈ ਘੱਟ ਆ, ਅਤੇ ਹੁਣ ਵੀ ਤਾਂ ਉਹੀ ਸਿਚੁਏਸ਼ਨ ਆ। ਇਹ ਕਿੰਨਾ ਕੁ ਚਿਰ ਰਹੂਗੀ, ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਜਿਹੜੇ ਤਾਂ ਪਹਿਲੀ ਵਾਰੀ ਘਰ ਖਰੀਦਣ ਵਾਲੇ ਆ ਉਹ ਹੱਲੇ ਵੀ ਘਰ ਖਰੀਦ ਰਹੇ ਆ। ਜਿਹੜੀ ਪ੍ਰੋਬਲਮ ਆਉਂਦੀ ਆ ਇਨਵੈਸਟਰਾਂ ਦੀ, ਜਦੋਂ ਇਨਵੈਸਟਰਾਂ ਨੂੰ ਇਹ ਪਤਾ ਲੱਗਣ ਲੱਗ ਪਵੇ ਕਿ ਮੇਰੇ ਜਿਹੜੇ ਆ ਮੋਹਰੇ ਘਰ ਜਿਹੜੇ ਖਰੀਦੇ ਹੋਏ ਆ ਉਹ ਵਿਕਣੇ ਨਹੀਂ ਹੈਗੇ ਸਹੀ ਪ੍ਰਾਈਸ ਦੇ ਉੱਤੇ, ਤਾਂ ਜਿੰਨਾ ਮੈਂ ਮੁਨਾਫਾ ਕਮਾਉਣਾ ਚਾਹੁੰਦਾ ਆ ਉਨੇ ਦੇ ਉੱਤੇ ਨਹੀਂ ਵਿਕਣੇ ਹੈਗੇ, ਤਾਂ ਉਸ ਵੇਲੇ ਫਿਰ ਇਹ ਇਸ਼ੂ ਜਿਹੜਾ ਆਉਂਦਾ ਆ। ਡਿਮਾਂਡ ਸਪਲਾਈ ਹੱਲੇ ਵੀ ਇਸ਼ੂ ਹੈਗਾ ਆ। ਜਿੰਨੀ ਡਿਮਾਂਡ ਲੋਕਾਂ ਦੀ ਹੈਗੀ ਆ, ਜੇ ਕਿਤੇ ਉਨੇ ਇਹ ਘਰ ਬਣਾ ਦੇਣ ਸਰਕਾਰਾਂ, ਚਾਹੇ ਉਹ ਕੈਨੇਡਾ ਵਿੱਚ ਆ ਚਾਹੇ ਅਮਰੀਕਾ ਦੇ ਵਿੱਚ ਆ, ਤਾਂ ਸਿਰਫ ਮਾਰਕੀਟ ਖੜੂਗੀ ਨਹੀਂ, ਕੀਮਤਾਂ ਬੇਹੱਦ ਥੱਲੇ ਆ ਸਕਦੀਆਂ, ਅਫੋਰਡੇਬਲ ਹੋ ਸਕਦੀਆਂ। ਹੁਣ ਟਾਰਗੇਟ ਕੀ ਆ ਸਰਕਾਰ ਦਾ? ਜਿਹਦਾ ਟਾਰਗੇਟ ਹੈਗਾ ਆ ਕਿ ਮਾਰਕੀਟ ਇੱਥੇ ਖੜੀ ਕਰਨੀ ਆ, 5-10% ਥੱਲੇ ਕਰਨੀ ਆ, ਫਿਰ ਤਾਂ ਜਿਹੜਾ ਇਹ ਸਿਸਟਮ ਆ ਜਿਵੇਂ ਵੀ ਵਿਆਜ ਦਰ ਵਧਾਤੀ, ਠੀਕ, ਸੈਂਟੀਮੈਂਟ ਲੋ ਹੋ ਗਿਆ, ਇਹਨਾਂ ਕੰਮ ਚੱਲ ਜਾਣਾ। ਪਰ ਜੇ ਸਰਕਾਰਾਂ ਇਹ ਚਾਹੁੰਦੀਆਂ ਵੀ ਅਸੀਂ ਘਰ ਅਫੋਰਡੇਬਲ ਕਰਨੇ ਆ, ਉਹਦੇ ਵਾਸਤੇ ਪ੍ਰਾਈਸ 30-40% ਸਿੱਟਣੀ ਪੈਣੀ ਇਹਨਾਂ ਨੂੰ, ਅਤੇ ਉਹਦੇ ਵਾਸਤੇ ਸਪਲਾਈ ਹੀ ਵਧਾਉਣੀ ਪੈਣੀ ਆ, ਹੋਰ ਕੋਈ ਹੱਲ ਜਿਹੜਾ ਆ ਨਹੀਂ ਹੈਗਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਗਾਂਹ ਕੀ ਹੋਣਾ, ਗਾਂਹ ਕਿਸੇ ਇੱਕ ਮੁਲਕ ਦੇ ਉੱਤੇ ਜਾਂ ਕਿਸੇ ਇੱਕ ਨੀਤੀ ਦੇ ਉੱਤੇ ਡਿਪੈਂਡ ਨਹੀਂ ਕਰਦਾ, ਕਿਉਂਕਿ ਕਰੋਨਾ ਤੋਂ ਬਾਅਦ
ਹਾਲਾਤ ਕਾਫੀ ਜਿਹੜੇ ਆ ਉਹ ਮਾੜੇ ਆ। ਪ੍ਰੋਡਕਸ਼ਨ ਪੂਰੀ ਨਹੀਂ ਹੋ ਸਕੀ। ਦੇਖੋ ਕਾਰਾਂ ਦੀਆਂ ਕੀਮਤਾਂ ਕਿੱਥੇ ਚੱਲ ਗਈਆਂ, ਗੱਡੀਆਂ ਦੇ ਪਾਰਟਸ ਨਹੀਂ ਪੂਰੇ ਮਿਲ ਰਹੇ, ਵੇਟ ਬਹੁਤ ਆ। ਸੋ ਹਰੇਕ ਖੇਤਰ ਵਿੱਚ ਇਹ ਕੁਛ ਆ। ਉਸ ਤੋਂ ਬਾਅਦ ਲੜਾਈ ਲੱਗ ਗਈ ਆ, ਯੂਕਰੇਨ ਅਤੇ ਰੂਸ ਦੀ ਲੜਾਈ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਆ। ਸੋ ਮੋਹਰੇ ਵੀ ਹਜੇ ਪਤਾ ਕੁਛ ਨਹੀਂ ਵੀ ਇਹ ਤੀਜੀ ਵਿਸ਼ਵ ਜੰਗ ਦੇ ਵਿੱਚ ਬਦਲਣੀ ਹੈ, ਕਿੰਨੀ ਲੰਮੀ ਚੱਲਣੀ ਆ। ਸੋ ਇਹ ਬਹੁਤ ਸਾਰੇ ਕਾਰਨ ਆ ਜਿਹੜੇ ਕਿ ਪ੍ਰਭਾਵਿਤ ਕਰਦੇ ਆ। ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਇੱਕ ਇਹੋ ਜਿਹਾ ਟੂਲ ਸੀ ਜਾਂ ਇਹੋ ਜਿਹੀ ਇੰਡਸਟਰੀ ਸੀ, ਬਹੁਤ ਵੱਧ ਫੁੱਲ ਰਹੀ ਸੀ। ਅਮਰੀਕਾ ਦੇ ਟਰੱਕਰ ਅਕਸਰ ਕਹਿੰਦੇ ਸੀ ਵੀ ਅਸੀਂ $35,000 ਜੀ $40,000 ਕਲੀਅਰ ਕਰ ਰਹੇ ਹਾਂ, ਪਰ ਹੁਣ ਉਹੀ ਟਰੱਕਰ ਕਹਿ ਰਹੇ ਆ ਕਿ ਲੋਡ ਨਹੀਂ ਮਿਲ ਰਿਹਾ, ਕੰਮ ਖੜ ਗਿਆ। ਸੋ ਇੱਕ ਸਿੱਧਾ ਸਾਦਾ ਜਿਹੜਾ ਫੈਕਟਰ ਇਹ ਆ ਵੀ ਟਰੱਕ ਦਾ ਪਹੀਆ ਜਦੋਂ ਚੱਲਦਾ ਤਾਂ ਇਕੋਨਮੀ ਚੱਲਦੀ ਆ, ਢੋਆ ਢੁਆਈ ਚੱਲਦੀ ਆ, ਉਹਦੇ ਨਾਲ ਫਿਰ ਸਾਰਾ ਕੁਛ ਸਿਸਟਮ ਚੱਲਦਾ। ਜਦੋਂ ਟਰੱਕ ਦਾ ਪਹੀਆ ਖੜਾ ਹੋਣ ਲੱਗ ਪਵੇ ਤਾਂ ਨਾਲੇ ਇਕੋਨਮੀ ਜਿਹੜੀ ਆ ਉਹ ਠੰਡੀ ਪੈ ਜਾਂਦੀ ਆ। ਸੋ ਹੁਣ ਇਹ ਜਿਹੜੀ ਗੱਲ ਆ ਡਿਪੈਂਡ ਕਰਦੀ ਆ ਕਿ ਦੁਨੀਆ ਦੀ ਇਕੋਨਮੀ ਕਿਵੇਂ ਮੂਵ ਕਰਦੀ ਆ, ਦੁਨੀਆ ਦੇ ਵਿੱਚ ਪ੍ਰੋਡਕਸ਼ਨ ਕਿੰਨੀ ਹੁੰਦੀ ਆ, ਉਸ ਪ੍ਰੋਡਕਸ਼ਨ ਨੂੰ ਫਿਰ ਢੋਣ ਵਾਸਤੇ ਟਰੱਕ ਕਿੰਨੇ ਚੱਲਦੇ ਆ, ਅਤੇ ਉਹਨਾਂ ਦੇ ਨਾਲ ਫਿਰ ਜਿਹੜੀ ਢੋਆ ਢੁਆਈ ਹੁੰਦੀ ਆ, ਖਰੀਦੋ ਫਰੋਖਤ ਕਿੰਨੀ ਵੱਧਦੀ ਆ, ਉਦੋਂ ਫਿਰ ਨਾਲ ਜਿਹੜੀ ਆ ਮਾਰਕੀਟ ਗਾਂਹ ਤੁਰਨੀ ਆ। ਪਰ ਜਿਹੜਾ ਕੋਈ ਅਸਾਰ ਦਿਸ ਨਹੀਂ ਰਿਹਾ ਹਾਲੇ ਦਾ। ਅਸਾਰ ਇਹ ਆ ਵੀ 2022 ਦੇ ਅੰਤ ਤੱਕ ਇੰਟਰਸਟ ਰੇਟ ਹੋਰ ਵਧਣੇ ਆ। ਜਿਹੜਾ ਸੈਂਟੀਮੈਂਟ ਆ, ਜਿੰਨੇ ਚਿਰ ਇੰਟਰਸਟ ਰੇਟ ਵਧੀ ਗਏ, ਲੋਕਾਂ ਦਾ ਹੌਸਲਾ ਨਹੀਂ ਪੈਣਾ ਵੀ ਅਸੀਂ ਇੰਟਰਸਟ ਰੇਟ ਵਧੀ ਜਾਂਦੇ ਆ, ਚੀਜ਼ਾਂ ਬਾਏ ਕਰੀਏ ਜੀ। ਇੱਕ ਹੋਰ ਅੱਜ ਗੱਲਬਾਤ ਚੱਲਦੀ ਹੈ ਕੋਈ ਜ਼ਿਮਨੀ ਚੋਣ BC ਦੇ ਵਿੱਚ, ਉਹਦੇ ਲਈ ਲਿਬਰਲ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ। ਕਿੱਥੇ ਦੀ ਗੱਲਬਾਤ ਹੈ ਤੇ ਕਿਹਦੀ ਅਨਾਊਂਸਮੈਂਟ ਕੀਤੀ ਜੀ? BC ਦਾ ਇੱਕ ਅਹਿਮ ਹਲਕਾ ਹੈਗਾ ਜੀ ਸਾਊਥ ਸਰੀ। ਸਾਊਥ ਸਰੀ ਤੋਂ ਕੇਂਦਰੀ ਮੰਤਰੀ ਰਹੇ ਆ ਸਟੈਫਨੀ ਕਡਿਊ। ਉਹ ਸਟੈਫਨੀ ਕਡਿਊ ਜਿਹੜੇ ਆ ਕੁਝ ਕਾਰਨਾਂ ਕਰਕੇ ਅਸਤੀਫਾ ਦੇ ਗਿਆ। ਕਹਿੰਦੇ ਮੈਂ ਹੋਰ ਰੋਲ ਦੇ ਵਿੱਚ, ਹੋਰ ਭੂਮਿਕਾ ਦੇ ਵਿੱਚ ਕਮਿਊਨਿਟੀ ਦੀ ਸੇਵਾ ਕਰਨੀ ਆ। ਅਤੇ ਉਹ ਜਿਹੜੀ ਸੀਟ ਖਾਲੀ ਹੋਈ ਸੀ ਉਹਦੇ 'ਤੇ ਜ਼ਿਮਨੀ ਚੋਣ ਕਰਵਾਈ ਜਾਣੀ ਆ। ਸਰੀ RCMP ਦੀ ਬੁਲਾਰੀ ਐਲਨੋਰ ਸਟਰਕੋ, ਬਹੁਤ ਵੱਡਾ ਨਾਂ ਆ। ਅਕਸਰ ਲੋਕਾਂ ਨੇ ਉਹਨੂੰ ਮੀਡੀਆ ਦੇ ਵਿੱਚ ਰੇਡੀਓ 'ਤੇ ਬੋਲਦਿਆਂ ਸੁਣਿਆ ਆ, ਤਸਵੀਰਾਂ ਦੇਖੀਆਂ ਉਹਦੀਆਂ ਮੀਡੀਆ ਦੇ ਵਿੱਚ, ਵੀਡੀਓ TV 'ਤੇ ਦੇਖੀਆਂ ਆ। ਸੋ ਉਹਨਾਂ ਨੂੰ ਹੁਣ ਜਿਹੜਾ ਸਾਊਥ ਸਰੀ ਤੋਂ ਕੈਵਨ ਫਾਲਕਨ ਟੀਮ BC ਲਿਬਰਲ ਵੱਲੋਂ ਜ਼ਿਮਨੀ ਚੋਣ ਦੇ ਵਾਸਤੇ ਉਮੀਦਵਾਰ ਐਲਾਨਿਆ ਗਿਆ ਆ। 2009 ਤੋਂ ਪੁਲਿਸ ਨਾਲ ਕੰਮ ਕਰ ਰਹੇ ਆ, 2018 ਤੋਂ ਸਰੀ ਦੇ ਵਿੱਚ ਕੰਮ ਕਰ ਰਹੇ ਆ। ਚੰਗਾ ਤਜਰਬਾ ਆ ਉਹਨਾਂ ਦਾ, ਸਰੀ ਦੀਆਂ ਸਮੱਸਿਆਵਾਂ ਤੋਂ ਜਾਣੂ, ਕਿਉਂਕਿ ਜਿਹੜਾ ਬੰਦਾ ਹੈ ਹੀ ਪੁਲਿਸ ਵਿੱਚ, ਉਹਨੂੰ ਪਤਾ ਆ ਵੀ ਇੱਥੇ ਪ੍ਰੋਬਲਮਸ ਕੀ ਆ। ਅਤੇ ਐਲਨੋਰ ਸਟਰਕੋ ਜਿਹੜੇ ਆ ਜੀ ਉਹ ਹੁਣ ਉਮੀਦਵਾਰ ਐਲਾਨੇ ਗਏ ਆ। ਦੂਜੇ ਪਾਸੇ NDP ਹਲੇ ਉਮੀਦਵਾਰ ਲੱਭ ਰਹੀ ਆ ਵੀ ਉਹਨਾਂ ਦੇ ਮੁਕਾਬਲੇ ਉਮੀਦਵਾਰ ਕੌਣ ਹੋਣਾ ਚਾਹੀਦਾ। ਅਤੇ ਨਾਲ ਗੱਲ ਇਹ ਵੀ ਹੈ ਕਿ ਕੁਝ ਧਿਰਾਂ ਇਸ ਗੱਲ ਨੂੰ ਲੈ ਕੇ ਨਾਰਾਜ਼ ਵੀ ਆ ਕਿ ਜਿਹੜਾ ਉਮੀਦਵਾਰ ਆ ਇਹ ਪੈਰਾਸ਼ੂਟ ਰਾਹੀਂ ਤਾਰ ਦਿੱਤਾ ਗਿਆ, ਲੋਕਾਂ ਦੇ ਉੱਤੇ ਥੋਪ ਦਿੱਤਾ ਗਿਆ, ਨੋਮੀਨੇਸ਼ਨ ਨਹੀਂ ਕਰਵਾਈ ਗਈ। ਵੀ ਜੇ ਨੋਮੀਨੇਸ਼ਨ ਕਰਵਾਉਂਦੇ ਤਾਂ ਸ਼ਾਇਦ ਹੋਰ ਕੋਈ ਵਧੀਆ ਚਿਹਰਾ ਵੀ ਇਦੋਂ ਅੱਗੇ ਆ ਸਕਦਾ ਸੀਗਾ। ਮੈਂ ਅੱਗੇ ਵੀ ਗੱਲ ਕਈ ਵਾਰੀ ਕਹੀ ਹੈ ਕਿ ਸਰੀ RCMP ਦੀ ਜਿਹੜੀ ਆ ਹੁਣ ਟਰਾਂਜੀਸ਼ਨ ਹੋ ਰਹੀ ਆ ਸਰੀ ਪੁਲਿਸ ਨੂੰ। ਸਰੀ RCMP ਨਾਲ ਜੁੜੇ ਜਿਹੜੇ ਵੱਡੇ ਨਾਂ ਆ, ਵੱਡੇ ਚਿਹਰੇ ਆ, ਉਹ ਆਪਣਾ ਕਿਤੇ ਨਾ ਕਿਤੇ ਹੋਰ ਭਵਿੱਖ ਤਲਾਸ਼ ਰਹੇ ਆ। ਸੋ ਐਲਨੋਰ ਸਟਰਕੋ ਦਾ ਵੀ ਇਹੀ ਕਹਿਣਾ ਹੈ ਕਿ ਉਹ ਚਾਹੁੰਦੀ ਤਾਂ ਸੀ ਪੋਲੀਟਿਕਸ ਦੇ ਵਿੱਚ ਆਉਣਾ, ਪਰ ਉਹਨੂੰ ਇੰਨਾ ਨਹੀਂ ਸੀ ਪਤਾ ਵੀ ਇੰਨੀ ਜਲਦੀ ਉਹਦਾ ਜਿਹੜਾ ਆ ਉਹਦਾ ਨਾਂ ਇੱਥੇ ਆ ਜਾਣਾ ਆ। ਅਤੇ ਉਹ ਹੁਣ ਚੋਣ ਲੜਨ ਦੀਆਂ ਤਿਆਰੀਆਂ ਜਿਹੜੀਆਂ ਸਾਊਥ ਸਰੀ ਹਲਕੇ ਤੋਂ ਜ਼ਿਮਨੀ ਚੋਣ ਤੋਂ ਕਰ ਰਹੀ ਹੈ ਜੀ। ਬਿਲਕੁਲ ਜੀ, ਕਾਫੀ ਉਹ ਜਾਣੇ ਪਛਾਣੇ ਨੇ ਇੱਥੇ। ਜਦੋਂ ਵੀ ਆਪਾਂ ਜਾਂਦੇ ਹਾਂ ਗੱਲਬਾਤ ਕਰਦੇ ਲਈ RCMP ਦੇ ਨਾਲ ਉਹੀ ਗੱਲਬਾਤ ਕਰਦੇ ਰਹੇ ਆ ਲੰਬਾ ਸਮਾਂ। ਹੁੰਦਾ ਕਈ ਵਾਰੀ ਉਲਟਾ, ਲਿਬਰਲ ਵਾਲੇ ਉਮੀਦਵਾਰ ਲੱਭਦੇ ਹੁੰਦੇ ਆ, NDP ਵਾਲੇ ਅਨਾਊਂਸਮੈਂਟ ਕਰ ਚੁੱਕੇ ਹੁੰਦੇ। ਐਤਕੀ ਉਲਟਾ ਆ ਤਾਂ ਨਤੀਜੇ ਵੀ ਕੁਛ ਉਲਟੇ ਆ ਸਕਦੇ ਆ। ਉੱਥੇ ਜਿਹੜੀ ਵੈਸੇ ਜਿਹੜੀ ਉਹ ਰਾਈਡਿੰਗ ਹੈਗੀ ਆ ਉਹ ਜ਼ਿਆਦਾ ਲਿਬਰਲ ਪੱਖੀ ਆ, ਅਤੇ ਪਰ NDP 'ਤੇ ਡਿਪੈਂਡ ਕਰਦਾ ਵੀ ਉਹ ਕੈਂਡੀਡੇਟ ਕਿਹੋ ਜਿਹਾ ਲੱਭਦੇ ਆ, ਕਿਉਂਕਿ NDP ਦਾ ਵੀ ਗ੍ਰਾਫ ਕਾਫੀ ਉੱਤੇ ਆ। ਸਰੀ ਦੀਆਂ ਬਾਕੀ ਸੀਟਾਂ ਉਹਨਾਂ ਦੇ ਕੋਲ ਆ, ਸਰਕਾਰ ਉਹਨਾਂ ਦੀ ਆ। ਜੇ ਲਿਬਰਲ ਪਾਰਟੀ ਸੀਟ ਜਿੱਤ ਵੀ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਕੋਈ ਸਰਕਾਰ ਨੂੰ ਫਰਕ ਨਹੀਂ ਪੈਂਦਾ। ਪਰ ਜੇ NDP ਵਾਲੇ ਕੋਈ ਵਧੀਆ ਕੈਂਡੀਡੇਟ ਲੱਭ ਲੈਣ, ਕਿਉਂਕਿ ਉੱਥੇ ਵੀ ਹੁਣ ਡਿਵਰਸ ਕਮਿਊਨਿਟੀ ਹੋ ਗਈ ਆ ਬਹੁਤ। ਸਾਊਥ ਸਰੀ ਇਕੱਲੀ ਗੋਰਿਆਂ ਦੀ ਨਹੀਂ ਰਹੀ, ਉੱਥੇ ਹੋਰ ਲੋਕ ਬਹੁਤ ਮੂਵ ਹੋ ਗਏ ਆ। ਜੇ ਕੋਈ ਪੜ੍ਹਿਆ ਲਿਖਿਆ, ਕੋਈ ਭਾਈਚਾਰੇ 'ਚ ਕੰਮ ਕਰਨ ਵਾਲਾ, ਵਧੀਆ ਟਰੈਕ ਰੈਕਡ ਵਾਲਾ NDP ਉਮੀਦਵਾਰ ਲੱਭ ਲੈਂਦੀ ਹੈ ਤਾਂ ਸੀਟ ਪਲਟਾਈ ਵੀ ਜਾ ਸਕਦੀ ਹੈ। ਜ਼ਰੂਰੀ ਨਹੀਂ ਹੈਗੀ ਵੀ ਇਹ ਲਿਬਰਲ ਦੀ ਕੋਈ ਪੱਕੀ ਸੀਟ ਆ। ਕੋਵਿਡ ਲੰਬਾ ਸਮਾਂ ਚੱਲੀ ਜਾਂਦਾ, ਹਜੇ ਵੀ ਇਹਦੇ ਬਾਰੇ ਅੰਕੜੇ ਨਿੱਤ ਨਵੇਂ ਸਾਹਮਣੇ ਆਉਂਦੇ ਆ। ਅੱਜ ਕੀ ਸੂਚਨਾ ਆਈ ਹੈ ਜੀ? ਕੋਵਿਡ ਤਾਂ ਹੀ ਜਾਣ ਦਾ ਨਾਂ ਨਹੀਂ ਲੈ ਰਿਹਾ। ਮੈਂ ਆਉਣ ਤੋਂ ਪਹਿਲਾਂ ਖਬਰਾਂ ਦੇਖ ਰਿਹਾ ਸੀਗਾ ਕਿ ਚੀਨ ਦੇ ਵਿੱਚ ਦੁਬਾਰਾ ਲੋਕਡਾਊਨ ਕਈ ਥਾਂ 'ਤੇ ਹੋਇਆ, ਲੋਕਾਂ ਨੂੰ ਘਰਾਂ ਦੇ ਵਿੱਚ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ। ਅਤੇ ਚੀਨ ਇੱਕ ਅਜਿਹਾ ਮੁਲਕ ਹੈ ਜਿੱਥੋਂ ਕਦੇ ਅੰਕੜੇ ਬਾਹਰ ਵੀ ਨਹੀਂ ਆਉਣੇ ਵੀ ਉੱਥੇ ਹੁੰਦਾ ਕੀ ਆ। ਪਰ ਵਿਸ਼ਵ ਸਿਹਤ ਸੰਸਥਾ WHO ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਆ, ਉਹਨਾਂ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਦੁਨੀਆ ਦੇ ਵਿੱਚ ਤਕਰੀਬਨ 1.5 ਕਰੋੜ ਮੌਤਾਂ ਕਰੋਨਾ ਦੇ ਕਾਰਨ ਬੀਤੇ 2 ਸਾਲਾਂ 'ਚ ਹੋਈਆਂ। ਅਤੇ ਇਹਨਾਂ ਦੇ ਵਿੱਚੋਂ ਤੀਜਾ ਹਿੱਸਾ ਮੌਤਾਂ ਜਿਹੜੀਆਂ ਇਕੱਲੇ ਭਾਰਤ ਵਿੱਚ ਹੋਈਆਂ, ਜਿਨ੍ਹਾਂ ਦੀ ਗਿਣਤੀ 47 ਲੱਖ ਬਣਦੀ ਹੈ। ਸੋ ਇਹ ਜਿਹੜਾ ਉਹਨਾਂ ਦਾ ਮਾਡਲ ਹੈਗਾ ਆ ਗਿਣਤੀ ਕਰਨ ਦਾ, ਅੰਕੜੇ ਦੇਣ ਦਾ, ਉਹਦੇ 'ਤੇ ਭਾਰਤ ਸਰਕਾਰ ਨੂੰ ਇਤਰਾਜ਼ ਵੀ ਆ। ਉਹ ਕਹਿੰਦੇ ਵੀ ਤੁਸੀਂ ਕਿਵੇਂ ਅੰਕੜੇ ਲੈ ਲਏ ਨੇ, ਵੀ ਇਹਦਾ ਅਸੀਂ ਅੰਕੜੇ ਜਾਰੀ ਕਰ ਸਕਦੇ ਹਾਂ। ਉਹ ਕਹਿੰਦੇ ਨਹੀਂ, ਸਾਨੂੰ ਪਤਾ ਆ ਵੀ ਜਿੰਨੀਆਂ ਤੁਹਾਡੇ ਮੌਤਾਂ ਹੋਈਆਂ, ਜੋ ਵੀ ਅਸੀਂ ਦੇਖਿਆ, ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਲਕੋ ਲਓ ਇਸ ਗੱਲ ਨੂੰ, ਪਰ ਇਹ ਗੱਲ ਸਹੀ ਆ ਕਿ 47 ਲੱਖ ਮੌਤਾਂ ਭਾਰਤ ਦੇ ਵਿੱਚ ਕਰੋਨਾ ਦੇ ਦੌਰਾਨ ਹੋਈਆਂ। ਆਪਾਂ ਖੁਦ ਦੇਖਿਆ ਵੀ ਨਦੀਆਂ ਦੇ ਵਿੱਚ ਲਾਸ਼ਾਂ ਤਰਦੀਆਂ, ਲੋਕ ਜਿਹੜੇ ਆ ਸੰਸਕਾਰ ਦੇ ਵਾਸਤੇ ਤਰਸਦੇ, ਲਾਈਨਾਂ ਬਣਾ ਕੇ ਖੜ੍ਹੇ। ਸੋ ਪੂਰੀ ਦੁਨੀਆ ਦੇ ਵਿੱਚ 1.5 ਕਰੋੜ ਮੌਤਾਂ, ਅਤੇ ਇਕੱਲੇ ਭਾਰਤ ਵਿੱਚ 47 ਲੱਖ ਮੌਤਾਂ ਹੀ ਹੋਈਆਂ।
ਤੇ WHO ਦੇ ਅਧਿਕਾਰੀ ਕਹਿੰਦੇ ਭਾਰਤ ਨੂੰ ਵੀ ਤੁਸੀਂ ਸਾਡੇ ਨਾਲ ਇਸ ਗੱਲ ਤੇ ਜ਼ਿੱਦੋ ਨਾ ਵੀ ਆਹ ਇੱਦਾਂ ਹੋਇਆ, ਬਲਕਿ ਮਹਾਂਮਾਰੀਆਂ ਗਾਂ ਵੀ ਆ ਸਕਦੀਆਂ, ਕੋਈ ਕੁਦਰਤੀ ਆਫਤ ਵੀ ਆ ਸਕਦੀ ਆ। ਆਪਣੇ ਆਪ ਨੂੰ ਤਕੜਾ ਕਰੋ ਵੀ ਆਪਣਾ ਸਿਸਟਮ ਜਿਹੜਾ ਰਿਸੋਰਸ ਹੈ ਤੁਹਾਡੇ ਉਹਨਾਂ ਨੂੰ ਇੰਪਰੂਵ ਕਰੋ, ਉੱਧਰ ਪੈਸਾ ਖਰਚੋ ਤਾਂ ਕਿ ਜੇ ਕੋਈ ਗਾਂ ਨੂੰ ਵਿਪਤਾ ਆਉਂਦੀ ਆ ਬਜਾਏ ਕਿ ਤੁਸੀਂ ਸਾਡੇ ਨਾਲ ਜਿੱਦੀ ਜਾਂਦੇ ਆ ਵੀ ਇੱਦਾਂ ਨਹੀਂ ਹੋਇਆ। ਆਪਣਾ ਜਿਹੜਾ ਸਿਹਤ ਢਾਂਚਾ ਨੂੰ ਇੰਨਾ ਤਾਕਤਵਰ ਬਣਾਓ, ਮਜ਼ਬੂਤ ਬਣਾਓ ਵੀ ਅੱਗੇ ਤੋਂ ਕਦੀ ਐਵੇਂ ਇੰਨੀਆਂ ਮੌਤਾਂ ਜਿਹੜੀਆਂ ਨਾ ਹੋ ਸਕਣ। ਚੀਨ ਦੇ ਅੰਕੜੇ ਵੀ ਕੋਈ ਹੈਗੇ WHO ਕੋਲ, ਉਹ ਕਹਿੰਦੇ ਸੀ ਵੀ ਉਹ ਵੀ ਗੱਲ ਲੁਕੋ ਕੇ ਰੱਖਦੇ ਆ, ਉਹਨਾਂ ਦਾ ਕੁਝ ਪਤਾ ਇਹਨਾਂ ਨੂੰ? ਦੇਖੋ ਜੀ, ਚੀਨ ਦਾ ਤਾਂ ਹੀ ਇਸ ਕਰਕੇ ਗੱਲ ਕਹਿਤੀ ਵੀ ਚੀਨ ਤਾਂ ਇਹਨਾਂ ਨੂੰ ਲਾਗੇ ਨਹੀਂ ਫਟਕਣ ਦਿੰਦਾ ਕਿਸੇ ਨੂੰ, WHO ਨੂੰ ਵੀ? WHO ਨੂੰ ਵੀ ਨਹੀਂ। ਉਹਨਾਂ ਦੀ ਜਿਹੜੀ ਜਿੰਨੀ ਵੀ ਗੱਲ ਆ, ਜਿੰਨੀ ਉਹ ਗੁਪਤ ਰੱਖਦੇ ਆ, ਉਹਨਾਂ ਦੇ ਡਾਟੇ ਜਿਹੜੇ ਅਵੇਲੇਬਲ ਨਹੀਂ ਹੈਗੇ। ਹੁਣ ਇੰਡੀਆ ਦੇ ਵਿੱਚ ਤਾਂ ਇਹ ਵੀ ਹੋ ਸਕਦਾ ਵੀ ਇੰਡੀਆ ਦੇ ਵਿੱਚੋਂ ਕਿਸੇ ਨੇ ਰਿਸ਼ਵਤ ਲੈ ਕੇ ਵੀ ਡਾਟਾ ਲੀਕ ਕਰਤਾ ਹੋਵੇ, ਪਰ ਚੀਨ ਦੇ ਵਿੱਚ ਜਿਹੜਾ ਉਹ ਦੇਸ਼ ਭਗਤੀ ਕਹਿ ਲਓ ਜਾਂ ਤਾਨਾਸ਼ਾਹ ਸਰਕਾਰ ਦਾ ਡਰ ਕਹਿ ਲਓ, ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਘੱਟ ਹੁੰਦੀਆਂ ਆ। ਹੁਣ ਆਹ ਖਬਰ ਵੀ ਬਹੁਤ ਆਉਂਦੀ ਆ ਬਾਹਰ ਵੀ ਉੱਥੇ ਲੌਕ ਕੀਤਾ ਹੋਇਆ ਲੋਕਾਂ ਨੂੰ, ਵੀ ਘਰਾਂ ਦੇ ਬਾਹਰ ਜਿਹੜੇ ਆ ਸੀਲਾਂ ਲਾਈਆਂ ਹੋਈਆਂ, ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਇਹ ਇੱਕ ਤਰ੍ਹਾਂ ਦੇ ਨਾਲ ਸਿੱਧਾ ਹੀ ਡਾਕਾ ਆ ਮਨੁੱਖੀ ਅਧਿਕਾਰਾਂ ਦੇ ਉੱਤੇ, ਧੱਕੇਸ਼ਾਹੀ ਆ। ਇਹੀ ਕੁਛ ਵੈਸਟਰਨ ਮੁਲਕਾਂ ਦੇ ਵਿੱਚ ਆਪਾਂ ਕਹੀਏ ਹੋ ਨਹੀਂ ਸਕਦਾ, ਪਰ ਉਹ ਹੋ ਰਿਹਾ ਉੱਥੇ ਸਾਰਾ ਕੁਛ। ਉਹਨਾਂ ਦੀ ਗਿਣਤੀ ਲੱਭਣੀ ਜਿਹੜੀ ਆ WHO ਦੇ ਵੱਸ ਦਾ ਰੋਗ ਨਹੀਂ, ਕਿਉਂਕਿ ਉਹ ਆਪਣਾ ਡਾਟਾ ਕਿਸੇ ਨੂੰ ਦਿੰਦੇ ਨਹੀਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖਬਰ ਹੈ ਚਰਚਾ ਦੇ ਵਿੱਚ ਆ, ਕੋਈ ਮੀਟਿੰਗ ਸੱਦੀ ਉਹਨਾਂ ਨੇ, ਕੀ ਮਾਮਲਾ ਜੀ ਇਹ? ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਇਕੱਤਰਤਾ ਸੱਦੀ ਸੀ। ਉਸ ਇਕੱਤਰਤਾ ਤੋਂ ਬਾਅਦ ਕੱਲ੍ਹ ਅਕਾਲੀ ਦਲ ਬਾਦਲ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਸੀਗੀ। ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ 'ਚ, ਉੱਥੇ ਵੀ ਟੋਨ ਇਹੀ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੁਝ ਹੋਣਾ ਚਾਹੀਦਾ। ਸੋ ਜਦੋਂ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਤਾਂ ਇਹਨਾਂ ਨੂੰ ਪੰਥ ਦਾ, ਪੰਜਾਬ ਦਾ ਫਿਕਰ ਬਹੁਤ ਹੁੰਦਾ। ਹੁਣ ਐਤਕਾਰੀ ਇੱਦਾਂ ਕਰਾਂ ਵੀ ਲੋਕਾਂ ਨੇ ਇੰਨਾ ਖਰਾ ਸਬਕ ਸਿਖਾਇਆ ਇਹਨਾਂ ਨੂੰ ਵੀ ਹੁਣ ਬਿਲਕੁਲ ਹੀ ਜ਼ੀਰੋ ਹੋ ਗਏ, ਤਾਂ ਉਹ ਗੱਲਾਂ ਜਿਹੜੀਆਂ ਜ਼ਿਆਦਾ ਹੁਣ ਲਾਗੇ ਲੱਗ ਰਹੀਆਂ ਵੀ ਹੁਣ ਕਰਨਾ ਪੈਣਾ ਪੁਨਰ ਸਰਜੀਤੀ ਵਾਸਤੇ। ਹਾਲਾਂਕਿ ਲੋਕ ਇਸ ਗੱਲ ਵਾਸਤੇ ਰਾਜੀ ਨਹੀਂ ਕਿ ਬਾਦਲ ਪਰਿਵਾਰ ਦੇ ਜਿਹੜੇ ਮੋਢੀ ਹੋਰ ਇਹਨਾਂ ਦੇ ਨਾਲ ਦੇ ਅਕਾਲੀ ਆ ਉਹੀ ਅੱਗੇ ਲੱਗਣ, ਪਰ ਫਿਰ ਵੀ ਉਹ ਚਾਹੁੰਦੇ ਆ ਵੀ ਅਕਾਲੀ ਦਲ ਨਾ ਕਿਤੇ ਮਰੇ, ਕਿਉਂਕਿ ਅਕਾਲੀ ਦਲ ਇੱਕ ਅਜਿਹੀ ਵਾਹਦ ਜਥੇਬੰਦੀ ਆ ਸਿੱਖਾਂ ਦੀ ਜਿਹੜੀ ਕਿ ਪੰਜਾਬ ਦੀ ਖੇਤਰੀ ਪਾਰਟੀ ਆ, ਪੰਜਾਬ ਦੇ ਹੱਕਾਂ ਨੂੰ ਉਠਾਉਂਦੀ ਰਹੀ ਆ। ਸੋ ਉਹ ਚਾਹੁੰਦੇ ਕੁਛ ਨਾ ਕੁਛ ਹੋਵੇ। ਸੋ ਪ੍ਰੈਸ਼ਰ ਬੜਾ ਆ। ਬੰਦੀ ਜਿਹੜੇ ਸਿੱਖ ਸਿਆਸੀ ਕੈਦੀ ਆ ਉਹਨਾਂ ਵਿੱਚੋਂ ਬਹੁਤੇ ਉਹ ਨੇ ਜਿਹੜੇ ਕਿ ਬਣਦੀ ਸਜ਼ਾ ਵੀ ਕੱਟ ਚੁੱਕੇ ਆ। ਸੋ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਇਨੀਸ਼ੀਏਟਿਵ ਆਇਆ ਤਾਂ ਸਾਰਿਆਂ ਨੇ ਉੱਥੇ ਜਾਣਾ ਸੀਗਾ। ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਨਹੀਂ ਵੀ ਬਣਦੀ ਸੀ ਉਹ ਵੀ ਗਏ। ਤਾਂ ਉੱਥੇ ਮੁੜ ਕੇ ਫਿਰ ਇਹ ਗੱਲ ਹੋਈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕੱਟ ਸੱਦਣ, ਅਤੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣੀ 11 ਮਈ ਨੂੰ ਇਕੱਤਰਤਾ ਸੱਦ ਲਈ ਹੈ ਜੀ। ਸੋ ਇਸ ਇਕੱਤਰ ਦੇ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਗਰੁੱਪਾਂ, ਧੜਿਆਂ ਨੂੰ ਜਿਹੜੀ ਆ ਉਹ ਬੇਨਤੀ ਕੀਤੀ ਗਈ ਹੈ ਕਿ ਸਾਰੇ ਖੁੱਲ੍ਹਾ ਸੱਦਾ ਤੁਸੀਂ ਹਮ ਆ ਕੇ ਪਹੁੰਚੋ। ਕਈ ਜਥੇਬੰਦੀਆਂ ਨੇ ਤਾਂ ਕਨਫਰਮ ਵੀ ਕਰਤਾ ਵੀ ਅਸੀਂ ਜਾ ਰਹੇ ਹੈਗੇ ਹਾਂ। ਸੋ ਇਹ ਚੰਗੀ ਗੱਲ ਆ। ਮਿਸਲ ਕਾਲ ਵੇਲੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਵੀ ਸਿੱਖ ਮਿਸਲਾਂ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਹੁੰਦੇ ਸੀਗੇ, ਅਤੇ 12 ਤੋਂ ਵੱਧ ਮਿਸਲਾਂ ਸੀਗੀਆਂ। ਅਤੇ ਉਦੋਂ ਵੀ ਜਦੋਂ ਦੀਵਾਲੀ ਅਤੇ ਵਿਸਾਖੀ 'ਤੇ ਸਿੱਖ ਗੁਰਮਤਾ ਕਰ ਲਈ ਇਕੱਠੇ ਹੋ ਜਾਂਦੇ ਸੀਗੇ, ਕਿਉਂਕਿ ਜਿਹੜਾ ਬਾਹਰੀ ਦੁਸ਼ਮਣ ਸੀ ਉਸ ਵੇਲੇ ਮੁਗਲ ਸੀਗੇ, ਹੈ ਨਾ। ਅਤੇ ਉਸ ਪਰੰਪਰਾ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ, ਜਿਹੜੀ ਕਿ ਬੜੀ ਸ਼ਲਾਘਾਯੋਗ ਆ। ਪਰ ਲੋਕਾਂ ਨੂੰ ਇੱਕ ਡਰ ਜਿਹੜਾ ਨਾਲ ਉਹ ਵੱਡ ਇਹ ਖਾ ਰਿਹਾ ਵੀ ਇਹਦੇ ਵਿੱਚੋਂ ਬਾਦਲਾਂ ਦੀ ਜਿਹੜੀ ਪੁਨਰ ਸਰਜੀਤੀ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਦੀ ਪੁਨਰ ਸਰਜੀਤੀ ਜ਼ਰੂਰ ਹੋਣੀ ਚਾਹੀਦੀ ਆ, ਅਕਾਲੀ ਦਲ ਚਾਹੀਦਾ ਆ, ਪਰ ਇਹ ਨਾ ਹੋਵੇ ਕਿ ਸਾਰੇ ਵਰਤਾਰੇ ਨੂੰ ਬਾਦਲ ਜਿਹੜੇ ਆਪਣੇ ਸਿਆਸੀ ਹਿੱਤ ਵਾਸਤੇ ਵਰਤ ਜਾਣ। ਇਹਨੂੰ ਬੜਾ ਲੋਕ ਵਾਚ ਰਹੇ ਆ। ਇੱਕ ਗੱਲ ਜਿਹੜੀ ਹੋਰ ਇੱਥੇ ਕਹਿਣੀ ਬਣਦੀ ਆ ਉਹ ਇਹ ਆ ਕਿ 25 ਸਾਲਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕੋਈ 28 ਸਾਲ ਦੀ ਗੱਲ ਕਰ ਰਿਹਾ ਕਿ ਫਲਾਣਾ ਸਿੰਘ 28 ਸਾਲ ਤੋਂ ਨਜ਼ਰਬੰਦ ਆ, ਕੋਈ ਕਹਿੰਦਾ 22 ਸਾਲ ਤੋਂ ਨਜ਼ਰਬੰਦ ਆ, ਆਪਾਂ ਸਿਆਸੀ ਕੈਦੀ ਰਿਹਾ ਕਰਨੇ ਆ। ਬਹੁਤ ਸ਼ਲਾਘਾਯੋਗ ਉੱਦਮ ਹੋਣਾ ਚਾਹੀਦਾ। ਪਰ ਜਿਹੜੇ ਅੱਜ ਫੜੇ ਜਾ ਰਹੇ ਆ ਉਹਨਾਂ ਬਾਰੇ ਕੋਈ ਨਹੀਂ ਬੋਲਦੇ। ਜਿਹੜੇ ਕੱਲ੍ਹ ਫੜੇ ਆ, ਜਿਹੜੇ ਪਿਛਲੇ ਮਹੀਨੇ ਫੜੇ ਆ, ਜਿਹੜੇ ਪਿਛਲੇ ਸਾਲ ਫੜੇ ਆ, ਉਹਨਾਂ ਬਾਰੇ ਵੀ ਤਾਂ ਕੁਛ ਹੋਣਾ ਚਾਹੀਦਾ। ਸੋ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸੰਪਰਦਾਵਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖਤ ਸਾਹਿਬ ਉੱਥੇ ਮੌਜੂਦ ਹੋਣਗੇ, ਉਹਨਾਂ ਨੂੰ ਇਹ ਗੱਲ ਵੀ ਵਿਚਾਰਨੀ ਚਾਹੀਦੀ ਆ ਵੀ ਜਿਹੜੇ ਨਜਾਇਜ਼ ਪਰਚੇ ਦੇ ਕੇ ਹੁਣ ਮੁੰਡੇ ਫੜੇ ਜਾ ਰਹੇ ਆ, ਜਿਨ੍ਹਾਂ ਦਾ ਸਿੱਧਾ ਸੰਬੰਧ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਆ, ਉਹਨਾਂ ਵੱਲ ਵੀ ਹੁਣੇ ਤਵੱਜੋ ਦਿੱਤੀ ਜਾਵੇ। ਇਹ ਨਾ ਹੋਵੇ ਵੀ ਉਹਨਾਂ ਦੀ ਵਾਰੀ 25 ਸਾਲ ਬਾਅਦ ਆਵੇ, ਵੀ 25 ਸਾਲ ਬਾਅਦ ਇਹਨਾਂ ਦੀ ਵਾਰੀ ਆਈ ਹੈ ਸਾਰ ਲੈਣ ਦੀ, ਅਤੇ 25 ਸਾਲ ਬਾਅਦ ਜਾ ਕੇ ਉਹਨਾਂ ਦਾ ਚੇਤਾ ਆਵੇ। ਸੋ ਉਹਨਾਂ ਦਾ ਮੁੱਦਾ ਵੀ ਨਾਲ ਹੀ ਜਿਹੜਾ ਹੈ ਜੀ ਉਹ ਰੱਖਿਆ ਜਾਣਾ ਚਾਹੀਦਾ। ਇੱਕ ਪਟਵਾਰੀਆਂ ਦਾ ਮੁੱਦਾ ਪੰਜਾਬ 'ਚ ਬਹੁਤ ਚਰਚਾ ਦੇ ਵਿੱਚ, ਕੀ ਮਾਮਲਾ ਜੀ? ਪਟਵਾਰੀ ਮਹਿਕਮਾ ਇੱਦਾਂ ਦਾ ਹੈ ਜੀ ਵੀ ਜਦੋਂ ਇਹਨਾਂ ਦਾ ਜ਼ਿਹਨ ਦੇ ਵਿੱਚ ਨਾ ਆਉਂਦਾ ਤਾਂ ਮੱਲੋ ਮੱਲੀ ਇਹ ਗੱਲ ਆ ਜਾਂਦੀ ਆ ਵੀ ਬਚ ਕੇ ਰਹੋ। ਵੀ ਕਹਿੰਦੇ ਨੇ ਪਟਵਾਰੀ ਦੇ ਧੱਕੇ ਚੜ੍ਹਿਆ ਬੰਦਾ ਹੈ ਨਾ ਜਿਹੜਾ, ਉਹ ਬਚਦਾ ਨਹੀਂ ਹੈਗਾ। ਜਿਹੜਾ ਤੁਹਾਡੀ ਪਟਵਾਰੀਆਂ ਨਾਲ ਬਣਦੀ ਆ ਤਾਂ ਉਹ ਤੁਹਾਡੀ ਜ਼ਮੀਨ ਦਾ ਕਿੱਲਾ ਵਧਾ ਵੀ ਸਕਦੇ ਮੰਨ ਲਾ, ਹੈ ਨਾ। ਅਤੇ ਜੇ ਪਟਵਾਰੀਆਂ ਦੇ ਨਾਲ ਜਿਹੜੀ ਆ ਨਹੀਂ ਬਣਦੀ ਤਾਂ ਤੁਹਾਡੀ ਜ਼ਮੀਨ ਕਾਗਜ਼ਾਂ ਦੇ ਵਿੱਚ ਜਿਹੜੀ ਆ ਉਹ ਲੱਭਦੀ ਨਹੀਂ ਕਿਤੇ ਵੀ। ਅਤੇ ਉਹ ਗੱਲ ਜਿਹੜੀ ਹੁਣ ਇਹ ਹੋਈ ਕਿ ਇੱਕ ਪਟਵਾਰੀ ਮਲੇਰਕੋਟਲੇ ਤੋਂ ਦਦਾਰ ਸਿੰਘ, ਉਹਦੇ 'ਤੇ ਦੋਸ਼ ਲੱਗੇ ਕਿ ਉਹ ਰਿਸ਼ਵਤ ਲੈਂਦਾ ਫੜਿਆ ਗਿਆ। ਵਿਜੀਲੈਂਸ ਵਿਭਾਗ ਕਹਿੰਦਾ ਵੀ ਇਹਦੇ ਕੋਲੋਂ ਜਦੋਂ ਇਹਦੇ ਛਾਪਾ ਮਾਰਿਆ ਗਿਆ 33 ਰਜਿਸਟਰੀਆਂ ਲੱਭੀਆਂ, 2.25 ਕਰੋੜ ਦੀ ਇਹਦੇ ਕੋਲ ਜਾਇਦਾਦ ਆ।
ਇਹ ਤੋਂ ਇਲਾਵਾ 25 ਲੱਖ ਰੁਪਈਆ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਲੱਭਾ ਵੀ ਇਹ ਦੱਸ ਦੇਵੇ ਵੀ ਪਟਵਾਰੀ ਦੀ ਤਨਖਾਹ ਦੇ ਨਾਲ ਇੰਨੀ ਜਾਇਦਾਦ ਕਿਵੇਂ ਇਹਨੇ ਬਣਾ ਲਈ। ਤੇ ਹੁਣ ਜਦੋਂ ਇਹ ਗੱਲ ਬਾਹਰ ਆਈ ਤਾਂ ਲੋਕੀ ਵੀ ਗਰਮ ਹੋਏ ਫਿਰਨ, ਪਟਵਾਰੀਆਂ ਦੇ ਡੰਗੇ ਜਿਹੜੇ ਹੈਗੇ ਆ। ਹਾਲਾਂਕਿ ਬਹੁਤ ਸਾਰੇ ਪਟਵਾਰੀ ਚੰਗੇ ਵੀ ਹੋਣਗੇ, ਪਰ ਜਦੋਂ ਕਹਿੰਦੇ ਹੁੰਦੇ ਵੀ ਕਿਸੇ ਇੱਕ ਖਾਸ ਧਿਰ ਦਾ ਅਕਸ ਇਹ ਬਣ ਜਾਂਦਾ, ਲੋਕੀ ਸੁਣਦੇ ਨਹੀਂ। ਲੋਕੀ ਤਾਂ ਇੱਥੋਂ ਤੱਕ ਆਮ ਆਦਮੀ ਪਾਰਟੀ ਦੇ ਸਮਰਥਕ ਖਾਸ ਕਰਕੇ ਲਿਖਣ ਲੱਗ ਪਏ ਵੀ ਇੱਦਾਂ ਕਰੋ, ਜੇ ਪਟਵਾਰੀ ਅਗਲਾ ਹੜਤਾਲ 'ਤੇ ਜਾਣ ਦੀਆਂ ਧਮਕੀਆਂ ਦਿੰਦੇ ਆ, ਸਾਰਿਆਂ ਨੂੰ ਕੱਢ ਦਿਓ। ਜਿਵੇਂ ਪ੍ਰਤਾਪ ਸਿੰਘ ਕੈਰੋਂ ਨੇ ਕੱਢ ਕੇ ਰਾਤੋਂ ਰਾਤ ਪਟਵਾਰੀ ਰੱਖ ਲਏ ਸੀਗੇ, ਸਾਰੇ ਪਟਵਾਰੀ ਕੱਢ ਦਿਓ ਅਤੇ ਨਵੇਂ ਭਰਤੀ ਕਰ ਲਓ। ਇੰਨਾ ਜਾਣੀ ਕਿ ਗੱਲ ਕੀਤੀ ਜਾ ਰਹੀ ਆ। ਹੁਣ ਇਹਦਾ ਕਾਊਂਟਰ ਜਿਹੜਾ ਜੀ, ਇਹਦਾ ਜਵਾਬ ਜਿਹੜਾ ਪਟਵਾਰੀ ਅਤੇ ਕਾਨੂੰਗੋ ਐਸੋਸੀਏਸ਼ਨ ਨੇ ਦਿੱਤਾ। ਉਹ ਕਹਿੰਦੇ ਵੀ ਇਹ ਜਿਹੜਾ ਪ੍ਰੋਪੇਗੰਡਾ ਹੋ ਰਿਹਾ ਸਾਰਾ ਦਦਾਰ ਸਿੰਘ ਬਾਰੇ, ਦਦਾਰ ਸਿੰਘ ਨੂੰ ਅੱਗੇ ਲਾ ਕੇ ਸਾਰੇ ਪਟਵਾਰੀਆਂ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ, ਇਹ ਆਮ ਆਦਮੀ ਪਾਰਟੀ ਦਾ ਪ੍ਰੋਪੇਗੰਡਾ ਆ। ਉਹਨਾਂ ਦਾ ਬਕਾਇਦਾ IT ਸੈੱਲ ਜਿਹੜਾ ਆ ਉਹ ਚਲਾ ਰਿਹਾ ਆ। ਉਹ ਕਹਿੰਦੇ ਵੀ ਜਿਹੜੀ ਦਦਾਰ ਸਿੰਘ ਦੀ ਤੁਸੀਂ ਗੱਲ ਕਰ ਰਹੇ ਆ, ਉਹ ਸਾਂਝੇ ਘਰ ਦੇ ਵਿੱਚ ਰਹਿ ਰਿਹਾ। ਉਹਦਾ ਜਿਹੜਾ ਚਾਚਾ ਆ ਇੱਕ ਬੈਂਕ ਮੈਨੇਜਰ ਰਿਟਾਇਰ ਹੋਇਆ, ਇੱਕ ਉਹਦਾ ਚਾਚਾ ਜਿਹੜਾ ਆ ਸਬ ਇੰਸਪੈਕਟਰ ਰਿਟਾਇਰ ਹੋਇਆ। 300 ਵਿਗੇ ਜ਼ਮੀਨ ਦੀ ਉਹ ਖੇਤੀ ਕਰਨ ਲੱਗੇ ਆ, ਚੰਗੀ ਮੋਟੀ ਖੇਤੀ ਆ, ਸਾਰੇ ਸੰਦ ਆਪਣੇ ਖੇਤੀ ਦੇ ਉਹਨਾਂ ਦੇ ਕੋਲ ਹੈਗੇ ਆ। ਸੋ ਉਹਨਾਂ ਦੀ ਕਮਾਈ ਹੈਗੀ ਆ। ਅਤੇ ਉਹ ਜਿਹੜਾ ਸਾਰੀ ਜ਼ਮੀਨ ਜਾਇਦਾਦ ਆ ਸਾਂਝੀ ਹੈਗੀ ਆ। ਹੁਣ ਜਿਹੜਾ 1 ਕਰੋੜ 77 ਲੱਖ ਦੀ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਹਿੰਦੇ ਸਾਂਝੀ ਜ਼ਮੀਨ ਆ। ਅਤੇ ਦੂਜੀ ਗੱਲ ਆ ਵੀ ਉਹ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ 1997 ਤੋਂ ਲੈ ਕੇ 2003 ਦੇ ਵਿੱਚ ਖਰੀਦੀ ਗਈ ਆ। ਅਤੇ ਜਦੋਂ ਕਿ ਜਿਹੜਾ ਹੈਗਾ ਪਟਵਾਰੀ ਬਣਿਆ ਦਦਾਰ ਸਿੰਘ, ਉਹ ਬਣਦਾ ਹੈਗਾ 2004 ਦੇ ਵਿੱਚ। ਉਹ ਕਹਿੰਦੇ ਵੀ 2004 ਦੇ ਵਿੱਚ ਪਟਵਾਰੀ ਬਣਿਆ ਬੰਦਾ 2003 ਜਾਂ ਉਦੋਂ ਪਹਿਲਾਂ ਰਿਸ਼ਵਤ ਲੈ ਕੇ ਜ਼ਮੀਨ ਕਿਵੇਂ ਬਣਾ ਸਕਦਾ, ਵੀ ਤਾਂ ਦੋਸ਼ ਹੀ ਨਿਰਮੂਲ ਹੈਗੇ ਆ। ਸੋ ਦੋਸ਼ ਇਹ ਵੀ ਉਹਦੇ ਉੱਤੇ ਹੈਗੇ ਆ ਵੀ ਵਿਜੀਲੈਂਸ ਨੇ ਲਾਇਆ ਵੀ 2 ਨੌਕਰੀਆਂ ਕਰ ਰਿਹਾ ਸੀਗਾ, ਉਹਦਾ ਹਜੇ ਤੱਕ ਕਾਊਂਟਰ ਜਿਹੜਾ ਐਸੋਸੀਏਸ਼ਨ ਨੇ ਨਹੀਂ ਕੀਤਾ। ਪਰ ਨਾਲ ਜਿਹੜੇ 25 ਲੱਖ ਰੁਪਈਏ ਬਾਰੇ ਇਹ ਕਿਹਾ ਵੀ ਉਹਨਾਂ ਨੇ ਕੋਈ ਜ਼ਮੀਨ ਵੇਚੀ ਸੀਗੀ, ਉਹਨਾਂ ਦੀ ਮਾਂ ਦੇ ਨਾਲ ਸਾਂਝਾ ਖਾਤਾ ਆ, ਉਹ ਪੈਸੇ ਜ਼ਮੀਨ ਦੇ ਜਿਹੜੇ ਅਕਾਊਂਟ ਵਿੱਚ ਪਏ ਆ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦਾ ਇਹ ਪ੍ਰੋਪੇਗੰਡਾ ਆ ਵੀ ਸਾਨੂੰ ਸਾਰੇ ਪਟਵਾਰੀਆਂ ਨੂੰ ਬਦਨਾਮ ਕਰ ਰਹੇ ਆ ਅਤੇ ਅਸੀਂ ਹੜਤਾਲ ਕਰਨੀ ਆ। ਸੋ ਇਹ ਜਿਹੜਾ ਮਸਲਾ ਆ ਜੀ, ਹੁਣ ਇਸ 'ਚੋਂ ਸੱਚੀ ਜੜ ਕਿਹੜੀ ਆ, ਇਹ ਤਾਂ ਹੁਣ ਲੋਕ ਹੀ ਸਮਝ ਸਕਦੇ ਆ, ਕਿਉਂਕਿ ਮਸਲਾ ਸਾਰਾ ਲੋਕਾਂ ਦੇ ਅੱਗੇ ਰੱਖ ਦਿੱਤਾ ਜੀ। ਬਹੁਤ ਬਹੁਤ ਸ਼ੁਕਰੀਆ ਸੋਤਾ ਸਾਹਿਬ, ਮਿਹਰਬਾਨੀ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਸਾਰੇ ਦਰਸ਼ਕਾਂ ਨੂੰ। ਹੋਪਫੁਲੀ ਕੱਲ੍ਹ ਨੂੰ ਸਟੂਡੀਓ ਤੋਂ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਦੇ ਹਾਂ। ਅੱਜ ਦੇ ਦਿਨ ਲਈ ਅਸੀਂ ਇਹ ਪ੍ਰੋਗਰਾਮ ਇਸ ਤਰੀਕੇ ਨਾਲ ਕੀਤਾ। ਕੱਲ੍ਹ ਤੋਂ ਫਿਰ ਗੁਰਪ੍ਰੀਤ ਸਿੰਘ ਸੋਤਾ ਹੁਣੇ ਉਸੇ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।